हर जियो गुफा रख परमेश्वर अकाल पुरख वाहिगुरु जी ने जियो गुफा अंदर रख के जीव नूं माता दी गर्भ रूप गुफा दे विच धर करके रख करके जे तां चाल दे नाल पाठ करिए फिर तां जियो ते जमकी लगदी है। हर जियो गुफा अंदर रख के, पर क्योंकि हुण आपां कथा कर रहे हैं इसलिए अर्थां दे मुताबिक हर इत्थे जमकी लगेगी। जियो गुफा अंदर रख के परमेश्वर अकाल पुरख वाहिगुरु जी ने जीव नूं माता दी गर्भ रूप गुफा दे विच रख करके धर करके वाजा पवन वजाया परसूत पवना रूपी परसूत हवा रूपी वाजा वजाउणा कीता है। भाव पाउण दा वाजा प्रगट कीता जिस नाल जीव जम्मिया है। इसे प्रकार जियो गुफा रख के हर जी परमेश्वर जी ने जियो गुफा अंदर रख के जीव दी देही रूप गुफा दे विच रख करके वाजा पवन बजाया वाजा वजाया है। भाव श्वास शरीर दे विच रखे हन। वजाया वाजा पाउणा इंज परसूत हवा रूपी वाजा वजा के नौ द्वारे प्रगट किए नौ द्वारियां वाले शरीर नूं ज़ाहिर कीता, पैदा कर दिता, इनू जन्म दिता। दसवा गोपत रखाया दसवां मूर्धनी स्थान सिर दे विच लुका के रखिया होया है। जन्म तो पहला ये खुला हुंदा सी ते 100 जन्म दा बच्चे नूं ज्ञान हुंदा सी। जदों इन्हें जन्म लिया हौली हौली बंद हुंदा हुंदा बिल्कुल ही बंद हो गया। ये दिखदा किसी नूं नहीं है। जे डॉक्टरां नूं दिखदा होवे तां ऑपरेशन करके खोल देण, पर ये बहुत सूखम बहुत बरीक किस्म दा है। बच्चे दा जद जन्म हुंदा है ਉਹਦਾ ਤਾਲੂਆ बहुत ही पोला नरम ਹੁੰਦਾ है, ਵਿੱਚ ਟੋਆ ਪਿਆ ਹੁੰਦਾ ਹੈ। ਜਿਹੜੇ ਬ੍ਰਹਮ ਗਿਆਨੀਆਂ ਦਾ 10ਵਾਂ ਦੁਆਰ ਖੁੱਲ੍ਹਾ ਹੁੰਦਾ ਉਹਨਾਂ ਦਾ ਵੀ ਤਾਲੂ ਹੇਠਾਂ ਨੂੰ ਹੁੰਦਾ, ਨਰਮ ਹੁੰਦਾ ਹੈ। ਸਾਡਾ ਤਾਂ ਪੱਥਰ ਨਾਲੋਂ ਵੀ ਸਖਤ ਹੈ। ਇਹ ਖੁੱਲ੍ਹਣ ਦੀ ਆਸਾਰ ਹੀ ਨਹੀਂ ਹਨ, ਕਿਉਂਕਿ जात इस भाना दा जम्मिया परिवार भला पाया, रब दा नाम भुल जू गया, परिवार चंगा लगन लग पिया। पहले प्यार लगा थन दुध, पहला माया माता दे अस्त्रां दे विचले दुध दे रूप दे विच लगी। दूजा माए बाप की सुध, फिर माँ प्यो की खबर होई। तीजे भैया भाभी बे, चौथे प्यार उपरनी खेड़, पंजवें खान पीन की तात, छेवें काम न पुछे जात, सतवें सांझ किया करवास, अठवें क्रोध हुआ तन्नास। इंज नावें तौले उबे सा, 10वें दद्दा हुआ स्वा, गए से गीत पुकारी था, उडिया हंस दसाईरा। ये माया जित हर विसर, माया
ਰੁਪਈਏ ਪੈਸਿਆਂ ਦਾ ਨਾਮ ਨਹੀਂ ਹੈ। ਮਾਇਆ ਉਸ ਦਾ ਨਾਮ ਹੈ ਜਿਹਦੇ ਵਿੱਚ ਲੱਗ ਕੇ ਪ੍ਰਭੂ ਦਾ ਨਾਮ ਭੁੱਲ ਜਾਵੇ, ਭਾਵੇਂ ਕਿ ਖੁਦ ਆਪਣਾ ਸਰੀਰ ਹੀ ਹੈ। ਜਿਹਦੇ ਤਿਆਰ ਪਿਆਰ ਦੇ ਵਿੱਚ, ਇਹਦੇ ਹਾਰ ਸ਼ਿੰਗਾਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਭੁੱਲ ਗਿਆ, ਮਹਾਰਾਜ ਦਾ ਨਾਮ ਭੁੱਲ ਗਿਆ, ਨਿਤਨੇਮ ਭੁੱਲ ਗਿਆ, ਸਮਝ ਲਓ ਇਹ ਮਾਇਆ ਹੀ ਹੈ। ਪੇਟ ਭਰਨ ਖਾਤਰ ਚੋਰੀਆਂ ਯਾਰੀਆਂ ਦੇ ਵਿੱਚ ਮਸਤ ਹੋ ਗਿਆ, ਸੇਵਾ ਸਿਮਰਨ ਭੁੱਲ ਗਿਆ, ਫਿਰ ਇਹ ਵੀ ਮਾਇਆ ਹੀ ਹੈ। ਕਬੀਰ ਜੀ ਕਹਿੰਦੇ ਕਿ ਦੁਨੀਆ ਨੂੰ ਭੁਲੇਖਾ ਹੈ ਕਿ ਸ਼ਾਇਦ ਅਸੀਂ ਪੈਸੇ ਨੂੰ ਹੱਥ ਨਹੀਂ ਲਾਵਾਂਗੇ ਅਤੇ ਮਾਇਆ ਤੋਂ ਬਚ ਜਾਵਾਂਗੇ। ਘਰ ਵਾਲੀ ਵੀ ਮਾਇਆ ਹੀ ਹੈ, ਆ ਧੀਆਂ ਪੁੱਤਰ ਵੀ ਮਾਇਆ ਹੀ ਹੈ, ਜਿਨ੍ਹਾਂ ਵਾਸਤੇ ਬਾਹੋ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੀਰਾ ਤੇਰੇ ਜੀ ਪੈ ਲੀਜੈ। ਵਲ ਛਲ ਕਰਦਾ, ਠੱਗੀਆਂ ਠੋਰੀਆਂ ਮਾਰਦਾ, ਆਪਦੇ ਪੇਟ ਦੇ ਖਾਤਰ ਕਤਲ ਤੱਕ ਕਰ ਦਿੰਦਾ। ਇਸ ਲਈ ਕਬੀਰ ਜੀ ਕਹਿੰਦੇ ਜਿਹਨੂੰ ਰੱਬ ਨੇ ਢਿੱਡ ਲਾ ਦਿੱਤਾ, ਸਮਝ ਲਓ ਢਿੱਡ ਵਾਲੇ ਨੂੰ ਮਾਇਆ ਨਾਲ ਹੀ ਝਮੇੜ ਦਿੱਤੀ, ਇਹ ਸਾਡਾ ਪੇਟ ਹੀ ਮਾਇਆ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਇਸ ਲਈ ਕਬੀਰ ਮਾਇਆ ਤਜੀ ਤੋ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਪੈਸੇ ਦੀ ਕੀਮਤ ਤਾਂ ਅੱਜ ਕੱਲ੍ਹ ਬਹੁਤ ਥੋੜ੍ਹੀ ਹੈ। ਪਹਿਲਾਂ ਤਾਂ ਰੁਪਈਆ ਵੇਖਣ ਨੂੰ ਨਹੀਂ ਸੀ ਮਿਲਦਾ ਹੁੰਦਾ, ਦਾਣੇ ਵੇਚ ਕੇ ਕੁਲਫੀਆਂ ਦੇ ਗੋਲੇ ਖਾਂਦੇ ਰਹੇ ਅਤੇ ਬਲਬ ਭੰਨ ਕੇ ਜਾਂ ਇੱਧਰੋਂ ਉੱਧਰੋਂ ਤਾਂਬਾ ਇਕੱਠਾ ਕਰਕੇ ਅਤੇ ਪਤੀਸਾ ਲੈਂਦੇ ਰਹੇ। ਕੋਈ ਚੀਜ਼ ਲੈਣੀ ਹੁੰਦੀ ਦਾਣੇ ਲੈ ਕੇ ਜਾਣੇ। ਤਾਂ ਇਸ ਤਰੀਕੇ ਦੇ ਨਾਲ ਇੱਕੀਆਂ ਦੁੱਕੀਆਂ, ਅਤੇ ਅੱਜ ਕੱਲ੍ਹ ਤਾਂ ਕਰੋੜਾਂ ਦੇ ਅਰਬਾਂ, ਕੋਈ ਅੰਤ ਹੀ ਨਹੀਂ, ਪਰ ਕੀਮਤ ਕੋਈ ਨਹੀਂ। ਕਿਸੇ ਜਗ੍ਹਾ 'ਤੇ ਆ ਕੇ ਪੈਸੇ ਦੀ ਕੀਮਤ ਖਤਮ ਹੋ ਜਾਂਦੀ ਹੈ। ਆ ਜਿਹੜੇ ਰਾਜਨੀਤਿਕ ਲੋਕ ਨੇ, ਇਹਨਾਂ ਨੂੰ ਪੈਸਾ ਨਹੀਂ, ਇਹਨਾਂ ਨੂੰ ਜਿਉਂ ਆਇਆ ਚਾਹੀਦਾ ਹੈ, ਸਤਿਕਾਰ ਚਾਹੀਦਾ ਹੈ। ਛੋਟੇ ਛੋਟੇ ਨਿਆਣੇ ਵਿਚਾਰੇ ਘਰੋਂ ਪੜ੍ਹਨ ਜਾਂਦੇ ਨੇ ਅਤੇ ਰੋਟੀ ਭਾਵੇਂ ਉਹਨਾਂ ਨੂੰ ਖਾਣ ਨੂੰ ਮਿਲੇ ਜਾਂ ਨਾ ਮਿਲੇ, ਝੰਡੀਆਂ ਚੁੱਕ ਕੇ ਧੁੱਪੇ ਖਲੋਣਾ ਪੈਂਦਾ। ਆ 26 ਜਨਵਰੀ 15 ਅਗਸਤ ਵਾਲੇ ਦਿਨ ਖੱਪ ਜਾਂਦੇ ਬੱਚੇ। ਅੱਜ ਕੱਲ੍ਹ ਨਵਾਂ ਹੀ ਸਟੰਟ ਚਾਲੂ ਹੋਇਆ। ਹੁਣ ਇਹ ਤਾਂ ਗੁਰੂ ਦੀ ਬਾਣੀ ਦੀ ਗੱਲ ਹੈ, ਗੁਰੂ ਦੇ ਮਨ ਦੀ ਬਾਤ ਹੈ। ਜੇ ਮੈਂ ਤੁਹਾਨੂੰ ਜ਼ਬਰਦਸਤੀ ਆਖਾਂ ਵੀ ਮੇਰੇ ਮਨ ਦੀ ਗੱਲ ਸੁਣੋ, ਰੋਟੀ ਨਾ ਖਾਓ, ਕੰਮ 'ਤੇ ਨਾ ਜਾਓ, ਆਪਦੇ ਸਾਰੇ ਕੰਮ ਛੱਡ ਕੇ ਮੇਰੇ ਮਨ ਦੀ ਗੱਲ ਸੁਣੋ, ਕਿੱਡੀ ਕੁ ਵੱਡੀ ਸਿਆਣਪ ਹੈ ਦੱਸੋ। ਉਹ ਨਿਆਣਿਆਂ ਨੂੰ ਹੋਰ ਤਾਂ ਕੋਈ ਲੱਭਦਾ ਨਹੀਂ, ਪੜ੍ਹਾਈ ਛਡਾ ਕੇ 3 ਦਿਨ 4 ਘੰਟੇ ਆਪਦੇ ਮਨ ਦੀ ਗੱਲ ਕਹਿੰਦੇ ਸੁਣਾਉਂਦੇ ਰਹਿਣਾ। 4 ਸਵੇਰੇ ਆਪਣੀ ਡੁਗਡੁਗੀ ਵਜਾਈ ਜਾਣੀ। ਇੱਥੇ ਪੈਸੇ ਦੀ ਕੀਮਤ ਖਤਮ ਹੋ ਜਾਂਦੀ ਹੈ। ਕੇਵਲ ਬੰਦੇ ਨੂੰ ਵਾਹ ਚਾਹੀਦੀ ਹੈ, ਸਤਿਕਾਰ ਚਾਹੀਦਾ, ਆਪ ਦਾ ਵੈਲਕਮ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਸਾਨੂੰ ਕੋਈ ਪੈਸਾ ਦੇਵੇ ਜਾਂ ਨਾ ਦੇਵੇ, ਰੋਟੀ ਪਾਣੀ ਪੁੱਛੇ ਜਾਂ ਨਾ ਪੁੱਛੇ, ਪਰ ਸਾਨੂੰ ਜਿਉਂ ਆਇਆ ਜ਼ਰੂਰ ਰੱਖਣਾ। ਸਾਡੇ ਮਨ ਦੇ ਵਿੱਚ ਇਹ ਮਾਣ ਹੈ, ਇਹ ਹੰਕਾਰ ਹੈ ਕਿ ਅਸੀਂ ਦੂਜਿਆਂ ਦੇ ਨਾਲੋਂ ਵੱਡੇ ਹਾਂ। ਆਪ ਦੀ ਪੂਜਾ ਕਰਾਉਣ ਦੀ, ਆਪ ਦਾ ਸਤਿਕਾਰ ਕਰਾਉਣ ਦੀ ਮਨ ਵਿੱਚ ਇੱਛਾ ਹੈ। ਸੋ ਬੰਦਾ ਪੈਸਾ ਤਾਂ ਛੱਡ ਦਿੰਦਾ, ਪੈਸਾ ਲੁਟਾ ਵੀ ਦਿੰਦਾ, ਆਪ ਦਾ ਸਭ ਕੁਝ ਤਿਆਗ ਦਿੰਦਾ, ਅਤੇ ਪਰ ਉਹਦੇ ਮਨ ਦਾ ਮਾਣ ਨਹੀਂ ਜਾਂਦਾ। ਕਬੀਰ ਜੀ ਕਹਿੰਦੇ ਨੇ ਕਿ ਜੇ ਮਾਇਆ ਤਿਆਗ ਦਿੱਤੀ ਤਾਂ ਕਿੰਨਾ ਕੁ ਵੱਡਾ ਹੋ ਗਿਆ। ਕਬੀਰ ਮਾਇਆ ਤਜੀ ਤਉ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਆਪ ਦਾ ਸਤਿਕਾਰ ਤਾਂ ਛੱਡ ਨਹੀਂ ਸਕਿਆ, ਆਪ ਦਾ ਹੰਕਾਰ ਤਾਂ ਤਿਆਗਿਆ ਨਹੀਂ, ਉਹ ਤਾਂ ਸਿਰ ਉੱਪਰ ਚੁੱਕੀ ਫਿਰਦਾ ਹੈ
कि मैं सब नालों वड्डा, मैं कुछ विशेष हाँ, मेरी ही मर्जी होनी चाहिए है, मेरी ही गल सब दुनिया च मन्नी जाए। बंदा पुछ भी तू भगवान है, तू रब थोड़ो आ। हरनाकश भी आपदा नाम जपाउणा चाहुंदा सी, सगे पुत्र दे वैर पै गया, जले हरनाकश तले हरनाकश, पर आखिर उन्होंने भी हार मननी पई। तो इंज जिहदे जिहदे विच भी मन लगा होया परमात्मा दे नाम तो अलग वो माया ही है। पंडित नूं जिहड़ी माया वो ग्रंथां दे रूप विच लगी हुई है, कदी वेद पढ़ लए, कदी कवित पढ़ लए, किताबां पढ़ लईआं। कबीर साहब जी कहंदे हन, कहंदे कवित पे पढ़ कविता मूए, कपड़ के रह जाई। जो कविशर ने वो कविशरियाँ पढ़ पढ़ के मरी जा रहे ने, ते कपड़ के रह जाई। कापड़ी आदि साधु केदार आदि तीर्थां दे जा जा के जीवन व्यर्थ गवा दिंदे ने। जटा धार तर जोगी मूए, तेरी गाते ने ना पाई। जिहड़े जोगी ने वो जड़ावां रख रख के मरी जा रहे ने, इन्हां ने भी तेरी गति नूं, तेरी प्राप्ति की मर्यादा नूं नहीं पाया। दरब संज संज राजे मूए, राजे लोग ताने कतर कर करके मरी जा रहे हैं, किसी दे काम नहीं आउंदी। गढ़ले कंचन भारी, जो सोने आदि दे ढेर पक जाने धरती दे विच दबे रखे ने, मरण वक्त वो नाल नहीं ला सकिया। वेद पढ़े पढ़ पंडित मूए, रूप देख देख नारी। वेदां नूं पढ़ पढ़ के पंडित मरी जा रहे ने। इस्त्रियां शीशा अगे रख के सारा समा शीशे अगे बैठ के ही बर्बाद कर दिंदियां। सो आप दा रूप ही वेख वेख के समा टपा रहीआं। राम नाम बिन सबे बगूते, रमे हुए वाहिगुरु जी के नाम तो बिना सारे खराब हो रहे ने। देखो हो निरख शरीरा, सो महाराज दे नाम सिमरन करन तो बिना सब जीव खराब हो रहे ने। पातशाह कहंदे साडी गल जे तुहानूं कुछ शंके वाली लगती है, तुसीं आप दे अंदर झात मार के वेख लो, यही साडी कमजोरी है, सारियां दी कमजोरी है। असीं आप दे बारे बहुत ज़्यादा सोचते हैं, दूजे बारे घट सोचते हैं। सो महाराज दा नाम छड्ड के आप दे पालना पोसना दे विच, आप दे घर बार दे विच, आप दे शरीर दे सो रूप रंग दे विच ही मस्त होए पए हाँ। कहंदे ने कबीर साहब जी, हर के नाम बिन किन गत पाई, कै उपदेश कबीरा। कबीर जी कहंदे हरि दे नाम तो बगैर दसो भाई किन्ने मुक्ति पाई है, किसे अज तक मुक्ति नहीं पाई। ये उपदेश दिंदे हन। सो जन्म तो पहला ये ब्रह्म ज्ञानी से 100 जन्म का इनू ज्ञान से, ते प्रभु के चरणों में अरदासां पिया करदा सी कि महाराज मैनू इस कुंभी नरक दे विचों कढ़ के दुनिया के दर्शन करा। मैं समय का दसवंध घटो घट 24 घंटिया का 10वां हिस्सा 2.5 घंटे तेरा नाम जपांगा, तेरी बाणी पढ़ांगा, सेवा सिमरन परोपकार दे विच चित जोड़ांगा, ते आप दी किरत कमाई दे विचों भी 10वां हिस्सा तेरे नाम ते कढ़ांगा। वो तुहाडी मर्जी है, जिथे मर्जी वरतो। गरीब दी मूँह भी गुरु दा गोलक है, जिथे तुहानूं जापदा कि किसी नूं जरूरत है उत्थे भी वरत सकते हो। नहीं तो गुरु घर दियां इमारतां गुरु के लंगरां वास्ते, जिथे सरबत दे भले वास्ते। सो महाराज की बिल्डिंग बन रही है, लंगर चल रहे ने, उत्थे भी वरतिया जा सकता है। आप दे घर विच पाठ पूजा
ਅਤੇ ਦਾਨ ਪੁੰਨ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ। ਇਉਂ ਗੁਰਮੁਖ ਘਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ। ਗੁਰਮੁਖ ਪਿਆਰਿਆਂ ਨੇ ਆਪਦੇ ਕੀਤੇ ਕੌਲ ਇਕਰਾਰਾਂ ਮੁਤਾਬਕ ਪ੍ਰਭੂ ਪਰਮਾਤਮਾ ਦਾ ਨਾਮ ਚਿੰਤਨ ਕੀਤਾ ਹੈ। ਉਹਨਾਂ ਸਮੇਂ ਦਾ ਦਸਵੰਧ ਵੀ ਕੱਢਿਆ, 2.5 ਘੰਟੇ ਪ੍ਰਭੂ ਦਾ ਨਾਮ ਜਪਿਆ ਅਤੇ ਆਪਦੀ ਕਿਰਤ ਕਮਾਈ ਵਿੱਚੋਂ ਵੀ 10ਵਾਂ ਹਿੱਸਾ ਕੱਢ ਕੇ ਅਤੇ ਸੇਵਾ ਦੇ ਵਿੱਚ ਜੋੜਿਆ ਹੈ। ਇਸ ਕਰਕੇ ਉਹਨਾਂ ਨੇ ਆਪ ਦਾ ਚਿੱਤ ਮਹਾਰਾਜ ਦੇ ਚਰਨਾਂ ਵਿੱਚ ਲਾ ਲਿਆ। ਕਈਆਂ ਦਾ 10ਵਾਂ ਦੁਆਰ ਖੁੱਲ੍ਹ ਵੀ ਗਿਆ ਹੈ ਅਤੇ ਕਈ ਯਤਨ ਦੇ ਵਿੱਚ ਹਨ, ਪਰ ਸਾਨੂੰ ਤਾਂ ਅਗਲੇ 100 ਜਨਮਾਂ ਤੱਕ ਵੀ ਨਹੀਂ ਆਸ ਕਿ ਸਾਡਾ ਖੁੱਲ੍ਹੂਗਾ। ਸੋ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਇਹ ਜਿਹੜੇ 9 ਦਰਵਾਜ਼ੇ ਨੇ ਇਹ ਤਾਂ ਪ੍ਰਗਟ ਕੀਤੇ ਨੇ, ਅੱਖ, ਕੰਨ, ਨੱਕ, ਮੂੰਹ ਆਦਿਕ। ਅਤੇ ਜਿਹੜਾ 10ਵਾਂ ਦਰਵਾਜ਼ਾ ਸਿਰ ਦੇ ਵਿੱਚ ਹੈ, ਤਾਲੂ ਦੇ ਵਿੱਚ ਹੈ, ਜਿੱਥੇ ਜੋੜਾ ਕਰੀਦਾ, ਇੱਥੇ ਮਹਾਰਾਜ ਨੇ ਗੁਪਤ ਰੱਖਿਆ ਹੈ। ਗੁਰਦੁਆਰਾ ਲਾਏ ਪਾਵਨੀ, ਜਿਸ ਨੇ ਗੁਰਾਂ ਦੁਆਰਾ ਸ਼ਰਧਾ ਲਾਉਣਾ ਕੀਤੀ ਹੈ। ਨਾ 10ਵਾਂ ਦੁਆਰ ਦਿਖਾਇਆ, ਉਹਨਾਂ ਇਕਨਾਂ ਨੂੰ ਗੁਰਾਂ ਨੇ ਪ੍ਰਤੱਖ 10ਵਾਂ ਦੁਆਰ ਦਿਖਾ ਦਿੱਤਾ, ਦਰਸ਼ਨ ਕਰਾ ਦਿੱਤੇ ਹਨ। ਉੱਥੇ 10ਵੇਂ ਦੁਆਰ ਦੇ ਵਿੱਚ ਬੇਅੰਤ ਪ੍ਰਕਾਰ ਦੇ ਪ੍ਰਭੂ ਨਾਮਾਂ ਦਾ ਉਚਾਰਨ ਹੋ ਰਿਹਾ ਹੈ ਅਤੇ 9 ਨਿਧੀਆਂ ਰੂਪ ਪਦਾਰਥ ਹਨ। ਇਸੇ ਪ੍ਰਕਾਰ ਉੱਥੇ 10ਵੇਂ ਦੁਆਰ ਦੇ ਵਿੱਚ ਅਨੇਕਾਂ ਰੂਪ ਹਨ ਅਤੇ ਪ੍ਰਸਿੱਧ 9 ਨਿਧੀਆਂ ਹਨ। ਇਸੇ ਪ੍ਰਕਾਰ ਉੱਥੇ ਅਨੇਕਾਂ ਹੀ ਪ੍ਰਕਾਰ ਦੇ ਨਾਮਾਂ ਦਾ ਉਚਾਰਨ ਹੈ ਅਤੇ ਨਵ ਨਿਧੀ ਰੂਪ ਹਰੀ ਹੈ। ਉਸ ਦਾ ਅੰਤ ਨਾ ਜਾਈ ਪਾਇਆ, 10ਵੇਂ ਦੁਆਰੇ ਦੇ ਨਜ਼ਾਰੇ ਦਾ ਕਿਸੇ ਪਾਸੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ ਹੈ। 10ਵਾਂ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਇਹ ਜੋ 10ਵਾਂ ਦਰਵਾਜ਼ਾ ਹੈ ਇਹ ਪਹੁੰਚ ਤੋਂ ਪਰੇ ਹੈ ਅਤੇ ਬੇਅੰਤ ਸ਼੍ਰੋਮਣੀ ਸਾਹਿਬ ਦੇ ਰਹਿਣ ਦੀ ਥਾਂ ਹੈ। ਪਰਮ ਪੁਰਖ ਅਤੇ ਬੇਅੰਤ ਪ੍ਰਭੂ ਦੇ ਪ੍ਰਗਟ ਹੋਣ ਦਾ ਟਿਕਾਣਾ ਹੈ। ਮਨੁੱਖਾ ਸਰੀਰ ਦਾ ਦਿਮਾਗ ਰੂਪ ਇਹ 10ਵਾਂ ਦਰਵਾਜ਼ਾ, ਇਹ ਬੂਹਾ ਹੈ। ਉੱਪਰ ਹਾਟ ਪਰ ਆਲਾ, ਸਰੀਰ ਦੇ ਉਤਲੇ ਹਿੱਸੇ ਵਿੱਚ ਜਿਹੜਾ ਸਿਰ ਹੈ, ਸਿਰ ਦਾ ਉੱਪਰਲਾ ਜਿਹੜਾ ਤਾਲੂ ਹੈ ਮਾਨੋ ਇੱਕ ਹੱਟ ਹੈ। ਉਸ ਹੱਟ ਦੇ ਵਿੱਚ ਦਿਮਾਗ ਮਾਨੋ ਇੱਕ ਆਲਾ ਹੈ। ਸੋ 10ਵਾਂ ਦੁਆਰ ਸਮਝ ਲਓ ਇੱਕ ਆਲਾ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਤਾਂ ਫਰਿੱਜ ਹਨ, ਕੋਈ ਵੀ ਆਪਾਂ ਦੁੱਧ ਪਾਣੀ ਫਰਿੱਜਾਂ ਦੇ ਵਿੱਚ ਸਾਂਭ ਕੇ ਰੱਖਦੇ ਹਾਂ। ਪੁਰਾਣੇ ਜਿਹੜੇ ਘਰ, ਸਾਡੇ ਘਰਾਂ 'ਚ ਵੀ ਆਲਾ ਸੀਗਾ। ਆ ਫਰਿੱਜ ਤਾਂ ਥੋੜ੍ਹਾ ਚਿਰ ਹੋ ਗਿਆ ਵੇਖਿਆ। ਪਹਿਲਾਂ ਆਲਿਆਂ ਦੇ ਵਿੱਚ ਹੀ ਮਲਾਈਆਂ, ਦੁੱਧ, ਘਿਓ ਆਦਿ ਸਾਂਭ ਕੇ ਰੱਖਦੀਆਂ ਮਾਈਆਂ, ਅਤੇ ਆਲੇ ਦਾ ਦਰਵਾਜ਼ਾ ਜਿਹੜਾ ਕੰਧ ਵਿੱਚ ਉਹਨੂੰ ਖੋਲ੍ਹ ਕੇ ਛਿੱਕੂ 'ਚ ਰੋਟੀਆਂ ਟੰਗੀਆਂ ਹੋਈਆਂ, ਜੋ ਸਟੀਲ ਦੇ ਨਾਲ ਟੰਗਿਆ ਹੋਣਾ, ਬਿੱਲੀ ਕੁੱਤੇ ਦੇ ਬਚਾਅ ਵਾਸਤੇ ਆਲੇ ਵਿੱਚ ਦੁੱਧ ਪਾਣੀ ਰੱਖਿਆ ਹੋਣਾ। ਤੋ ਇੰਝ ਆਲਾ ਉਹ ਹੈ ਜਿਹਦੇ ਵਿੱਚ ਸਾਂਭਿਆ ਹੋਵੇ ਕੁਝ। ਇਹ ਮਹਾਰਾਜ ਨੇ ਇੱਕ ਆਲਾ ਬਣਾਇਆ 10ਵਾਂ ਦੁਆਰ, ਦਿਮਾਗ। ਇਸ ਆਲੇ ਦੇ ਰਾਹੀਂ ਆਲੇ ਭੀਤਰ ਥਾਤੀ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ। ਸੋ ਮਹਾਰਾਜ ਦੀ ਆਤਮਿਕ ਵਸਤੂ ਪ੍ਰਭੂ ਦਾ ਨਾਮ, ਇਹਦੇ ਵਿੱਚ ਇੱਕ ਵਸਤੂ ਸਾਂਭੀ ਹੋਈ ਹੈ। ਜਾਗਤ ਰਹਿ ਸੋ ਕਬਹੁ ਨਾ ਸੋਵੈ।
ਜਿਸ ਦੀ ਪਰਮਾਤਮਾ ਪ੍ਰਗਟ ਹੋ ਪਿਆ ਉਹ ਸਦਾ ਜਾਗਦਾ ਰਹਿੰਦਾ, ਸੁਚੇਤ ਰਹਿੰਦਾ ਹੈ, ਮਾਇਆ ਦੀ ਨੀਂਦ ਵਿੱਚ ਕਦੇ ਸੌਂਦਾ ਨਹੀਂ। ਜੋ ਜਾਗਦਾ ਹੈ ਉਹ ਕਦਾਚਿਤ ਨਹੀਂ ਸੌਂਦਾ, ਜਾਗਤ ਰਹੇ ਤੇ ਨਹੀਂ ਪ੍ਰਪਾਇਆ। ਸਭ ਦੇ ਹੋਮੈ ਮਾਰੀ ਤੀਨ ਤਲੋਕ ਸਮਾਧ ਪਲੋਵੈ। ਉਹ ਇੱਕ ਐਸੀ ਸਮਾਧੀ ਵਿੱਚ ਟਿਕਿਆ ਰਹਿੰਦਾ ਹੈ ਜਿੱਥੋਂ ਮਾਇਆ ਦੇ ਤਿੰਨੇ ਗੁਣ ਅਤੇ ਤਿੰਨੇ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਨੇ। ਤਿੰਨੇ ਗੁਣ ਅਤੇ ਤਿੰਨੇ ਜਹਾਨ ਉਸ ਦੀ ਤਾੜੀ ਅੰਦਰ ਉਸ ਦੇ ਲਈ ਅਲੋਪ ਹੋ ਜਾਂਦੇ ਨੇ। ਬੀਜ ਮੰਤਰ ਲੈ ਹਿਰਦੈ ਰਹਿ, ਇੱਕ ਓੰਕਾਰ ਇਹ ਬੀਜ ਰੂਪ ਮੰਤਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਸਤਿਨਾਮ ਮੂਲ ਮੰਤਰ ਸਮੁੱਚੀ ਗੁਰਬਾਣੀ। ਸੋ ਇਹ ਪ੍ਰਭੂ ਦਾ ਬੀਜ ਮੰਤਰ ਹੈ, ਨਾਮ ਮੰਤਰ ਹੈ। ਉਹ ਮਨੁੱਖ ਮਹਾਰਾਜ ਦਾ ਨਾਮ ਬਾਣੀ ਮੰਤਰ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ। ਪ੍ਰਭੂ ਦੇ ਨਾਮ ਦੇ ਬੀਜ ਨੂੰ ਲੈ ਕੇ ਉਹ ਇਸ ਨੂੰ ਆਪਣੇ ਮਨ ਦੇ ਅੰਦਰ ਟਿਕਾ ਲੈਂਦਾ ਹੈ। ਮਨੁਆ ਉਲਟ ਸੁਨ ਮੈਂ ਗਾਹੈ, ਜਿਸ ਦੀ ਬਰਕਤ ਨਾਲ ਉਹਦਾ ਮਨ ਮਾਇਆ ਵੱਲੋਂ ਪਰਤ ਕੇ ਸੁਚੇਤ ਰਹਿੰਦਾ ਹੈ। ਉਸ ਅਵਸਥਾ ਵਿੱਚ ਟਿਕਾਣਾ ਪਕੜਦਾ ਹੈ ਜਿੱਥੇ ਕੋਈ ਫੁਰਨਾ ਨਹੀਂ ਉੱਠਦਾ। ਉਹ ਆਪਣੇ ਮਨ ਨੂੰ ਸੰਸਾਰ ਵੱਲੋਂ ਮੋੜ ਕੇ ਅਫਰ ਸਮਾਧੀ ਅੰਦਰ ਜੋੜ ਲੈਂਦਾ ਹੈ। ਜਾਗਤ ਰਹਿ ਨਾ ਅਲੀਆ ਭਖ ਹੈ। ਉਹ ਮਨੁੱਖ ਸਦਾ ਜਾਗਦਾ ਰਹਿੰਦਾ, ਸੁਚੇਤ ਰਹਿੰਦਾ, ਕਦੇ ਝੂਠ ਨਹੀਂ ਬੋਲਦਾ। ਅਲੀਆ ਸੰਸਕ੍ਰਿਤ ਦਾ ਵਰਡ ਹੈ। ਸੰਸਕ੍ਰਿਤ ਦੇ ਵਿੱਚ ਝੂਠ ਨੂੰ ਅਲੀਆ ਕਹਿੰਦੇ ਨੇ। ਅਲੀਆ ਉਹ ਇਨਸਾਨ ਕਦੀ ਵੀ ਝੂਠ ਨਹੀਂ ਬੋਲਦਾ, ਉਹ ਖਬਰਦਾਰ ਰਹਿੰਦਾ। ਉਹਨੂੰ ਪਤਾ ਹੈ ਕਿ ਜਾਨ ਰੱਬ ਨੂੰ ਦੇਣੀ ਹੈ ਅਤੇ ਪਰਮਾਤਮਾ ਪ੍ਰਭ ਮੇਰਾ ਅੰਤਰਜਾਮੀ ਜਾਨ ਹੈ। ਸੋ ਦੂਸਰੇ ਨੂੰ ਦਾ ਝੂਠ ਕਰਕੇ ਆਪਾਂ ਉਮਰ ਗਲਾ ਸਕਦੇ ਹਾਂ, ਪਰ ਪ੍ਰਭੂ ਤੋਂ ਕੋਈ ਓਹਲਾ ਨਹੀਂ ਰੱਖਿਆ ਜਾ ਸਕਦਾ। ਇਉਂ ਪੰਜੋ ਇੰਦਰੀ ਬਸ ਕਰ ਰੱਖੈ। ਜੋ ਪੰਜੇ ਹੀ ਇੰਦਰੀਆਂ ਨੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਰੱਖਦਾ। ਅੱਖਾਂ ਨੂੰ ਬਗਾਨਾ ਰੂਪ ਵੇਖਣ ਨੂੰ ਰੋਕਦਾ ਹੈ, ਪਰ ਤੇਰਾ ਰੂਪ ਨਾ ਵੇਖੈ ਨੇਤਰ। ਕਈ ਸਾਹਮਣੇ ਤਾਂ ਨਹੀਂ ਵੇਂਦੇ, ਪਰ ਚੋਰੀ ਮਿਰਗ ਅੰਗੂਰੀ ਖਾਏ। ਸੋ ਹਰਿਆ ਹਰਿਆ ਘਾਹ ਹਰਨ ਚੋਰੀ ਚੁਗਦਾ ਹੈ, ਪਰ ਇੱਕ ਦਿਨ ਦਾ ਫੜਿਆ ਜਾਏਗਾ। ਤੋ ਇਸ ਲਈ ਆਪਦੇ ਨੇਤਰਾਂ ਨੂੰ ਬਗਾਨੇ ਰੂਪ ਵੱਲੋਂ ਰੋਕਦਾ, ਜ਼ੁਬਾਨ ਨੂੰ ਨਿੰਦਿਆ ਵੱਲੋਂ ਰੋਕਦਾ, ਕੰਨਾਂ ਨੂੰ ਨਿੰਦਿਆ ਬੁਰੇ ਬਚਨ ਸੁਣਨ ਵੱਲੋਂ ਰੋਕਦਾ, ਹੱਥਾਂ ਨੂੰ ਚੋਰੀ ਯਾਰੀ ਆਦਿਕ ਤੋਂ ਰੋਕਦਾ, ਪੈਰਾਂ ਨੂੰ ਕਸੰਗਤ ਵੱਲੋਂ ਰੋਕਦਾ। ਇਉਂ ਪੰਜੇ ਹੀ ਇੰਦਰੀਆਂ ਨੂੰ ਕਾਬੂ ਦੇ ਵਿੱਚ ਰੱਖਦਾ ਹੈ। ਗੁਰ ਕੀ ਸਾਖੀ ਰੱਖੈ ਚੀਤ, ਅਤੇ ਸਤਿਗੁਰੂ ਦੀ ਸਿੱਖਿਆ ਆਪਣੇ ਮਨ ਦੇ ਵਿੱਚ ਚਿੱਤ ਵਿੱਚ ਸਾਂਭ ਕੇ ਰੱਖਦਾ ਹੈ। ਭਾਈ ਜੋਗਾ ਸਿੰਘ ਵਾਲੀ ਸਾਖੀ ਨੂੰ ਹਮੇਸ਼ਾ ਯਾਦ ਰੱਖਦਾ ਹੈ ਕਿ ਏਡਾ ਵੱਡਾ ਮਹਾਰਾਜ ਦਾ ਸਿੰਘ ਵੇਖੋ ਧੋਖਾ ਖਾ ਗਿਆ, ਅਤੇ ਕਲਗੀਧਰ ਮਹਾਰਾਜ ਨੇ ਉਹਨੂੰ ਝਿੜਕਿਆ, ਆਖਿਆ ਆਪਦਾ ਮੂੰਹ ਤਾਂ ਵੇਖ, ਸੋਹਣਾ ਬੜਾ ਤੇਰੇ ਦਾੜਾ ਹੈ, ਸੋਹਣੀ ਦਸਤਾਰ, ਤੂੰ ਤਾਂ ਆਨੰਦਪੁਰ ਵਾਲੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਜਾਪਦਾ, ਅਤੇ ਸਾਰੀ ਰਾਤ ਤੈਨੂੰ ਹੋ ਗਈ ਤਰਲੇ ਮਾਰਦਿਆਂ, ਉੱਪਰ ਕਿੱਥੇ ਤੂੰ ਜਾਣਾ ਚਾਹੁੰਦਾ? ਤੂੰ ਗੁਰੂ ਤੋਂ ਨਹੀਂ ਡਰਦਾ? ਜਾ ਦੌੜ ਜਾ ਇੱਥੋਂ, ਤੇਰੀ ਕੋਈ ਜਗ੍ਹਾ ਨਹੀਂ ਇੱਥੇ। ਫਿਰ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਦੱਸ ਭਾਈ ਜੋਗੀਆ, ਤੂੰ ਕਿੱਥੇ ਰਿਹਾ ਸੀ? ਸਾਰੀ ਗੱਲ ਸੰਗਤ 'ਚ ਦੱਸ। ਆਪ ਦਾ ਔਗਣ, ਆਪ ਦਾ ਗੁਨਾਹ ਜੇ ਸਾਰਿਆਂ ਦੇ ਸਾਹਮਣੇ ਦੱਸ ਦਈਏ ਅਤੇ ਫਿਰ ਆਪਣੇ ਆਪ ਹੀ ਉਹ ਖਤਮ ਹੋ ਜਾਂਦਾ। ਸ਼ਰਮ ਆਉਂਦੀ ਹੈ ਵੀ ਕੀ ਦੱਸਾਂਗੇ। ਇਉਂ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਪੰਜ ਸਿੰਘਾਂ ਨੂੰ ਆ ਕੇ ਸੱਚੋ ਸੱਚ ਦੱਸ ਦੇਣਾ, ਗਲਤੀ ਹੋਈ ਹੈ ਅਤੇ ਸੱਚ ਬੋਲ ਦੇਣਾ, ਜਿਸ ਦੇ ਨਾਲ ਗੁਰੂ ਸਾਹਿਬ ਦੇ ਘਰ ਮਾਫੀ ਮਿਲ ਜਾਂਦੀ ਹੈ। ਜੋ ਸੱਚ ਨਹੀਂ ਦੱਸਦਾ ਉਹ ਗੁਨਾਹਗਾਰ ਹੈ। ਕਬੀਰ ਜੀ ਕਹਿੰਦੇ, ਕਬੀਰ ਜੇਤੇ ਪਾਪ ਕੀਏ
ਰਾਖੇ ਤਲੇ ਦੁਰਾਏ। ਜਿੰਨੇ ਆਪਾਂ ਝੂਠ ਬੋਲੇ ਨੇ, ਜਿੰਨੇ ਬੱਜਰ ਕੁਰੈਤਾਂ ਕੀਤੀਆਂ, ਪਾਪ ਉਪਦਰਵ ਕੀਤੇ, ਅਸੀਂ ਆਪਦੇ ਬੈਠਣ ਦੀ ਜਗ੍ਹਾ ਦਰੀ ਥੱਲੇ ਦੱਬ ਕੇ ਰੱਖੇ ਹੋਏ ਨੇ। ਕਿਸੇ ਨੂੰ ਦੱਸਦੇ ਨਹੀਂ ਹਾਂ ਕਿ ਪਤਾ ਨਾ ਚੱਲ ਜਾਏ ਸਾਡਾ ਕੀ ਹਾਲ ਹੋਵੇਗਾ। ਪਰ ਅੱਗੇ ਜਮ ਕਾ ਲੇਖਾ ਲੇਵੈ ਜੋ ਤਿਲ ਕਹਾਣੀ ਪੀੜ ਆਇੰਦਾ। ਅੱਗੇ ਯਮਦੂਤ ਜਦ ਪੁੱਛੇਗਾ ਫਿਰ ਕੀ ਜਵਾਬ ਦੇਵਾਂਗੇ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ। ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ। ਜਦ ਧਰਮ ਰਾਜਾ ਪੁੱਛੇਗਾ ਤਾਂ ਸਾਰੇ ਹੀ ਆਪਣੇ ਆਪ ਪ੍ਰਗਟ ਹੋ ਜਾਣਗੇ। ਇੱਕ ਪਿੰਡ ਦਾ ਮੋਹਤਬਾਰ ਹਰ ਮੱਸਿਆ ਦੀ ਮੱਸਿਆ ਤਰਨ ਤਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ। ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਝੂਠ ਨਹੀਂ ਛੁੱਟਦਾ, ਕੋਈ ਤਰੀਕਾ ਦੱਸੋ। ਕਿਉਂਕਿ ਅਸੀਂ ਗ੍ਰਸਤੀ ਬੰਦੇ ਹਾਂ, ਕਾਰੋਬਾਰ ਦੇ ਵਿੱਚ ਅਤੇ ਬਾਕੀ ਮੀਟਿੰਗਾਂ ਮੂਟਿੰਗਾਂ ਫੈਸਲਾ ਕਰਾਉਣ ਵਿੱਚ ਝੂਠ ਸੱਚ ਬੋਲਣਾ ਪੈਂਦਾ। ਮਹਾਰਾਜ ਕਹਿੰਦੇ ਇਉਂ ਕਰੋ, ਜੇ ਝੂਠ ਨਹੀਂ ਛੁੱਟਦਾ ਤਾਂ ਨਾ ਛੁੱਟੇ, ਬੋਲੀ ਜਾਓ। ਪਰ ਇੱਕ ਬੇਨਤੀ ਜ਼ਰੂਰ ਮੰਨੋ ਕਿ ਉਹਨੂੰ ਡਾਇਰੀ 'ਤੇ ਲਿਖੀ ਜਾਓ ਕਿ ਅੱਜ ਆਹ ਝੂਠ ਬੋਲਿਆ ਹੈ। ਜਦ ਤੁਸੀਂ ਮੱਸਿਆ ਵਾਲੇ ਦਿਨ ਇੱਥੇ ਆਉਂਦੇ ਹੋ ਅਤੇ ਸਟੇਜ 'ਤੇ ਖੜ੍ਹੇ ਹੋ ਕੇ ਲੋਕਾਂ ਵੱਲ ਮੂੰਹ ਕਰਕੇ ਸਾਰਾ ਆਪਦਾ ਝੂਠ ਦੱਸੋ ਕਿ ਫਲਾਣੇ ਸਮੇਂ ਫਲਾਣੇ ਦਿਨ ਮੈਂ ਆਹ ਝੂਠ ਬੋਲਿਆ ਸੀ। ਨਾ ਛੱਡੋ, ਬੋਲੀ ਜਾਓ, ਪਰ ਦੱਸੋ ਸਹੀ। ਕਿਉਂਕਿ ਕੋਈ ਵੀ ਗਲਤੀ ਨੂੰ ਜਾਂ ਝੂਠ ਨੂੰ ਆਪਾਂ ਛੁਪਾਵਾਂਗੇ ਅਤੇ ਉਹ ਪਾਪ ਬਣ ਜਾਏਗਾ। ਜੇ ਦੱਸ ਦਿਆਂਗੇ ਕੀ ਪਤਾ ਮਾਫੀ ਮਿਲ ਹੀ ਜਾਏ। ਗਲਤੀ ਤਾਂ ਹਰੇਕ ਕੋਲੋਂ ਹੁੰਦੀ ਹੈ। ਤਾਂ ਉਹਨਾਂ ਨੇ ਇੱਕ ਵਾਰ ਦੱਸਿਆ ਅਤੇ ਫਿਰ ਘਟ ਗਿਆ। ਸ਼ਰਮ ਆਏ ਵੀ ਲੋਕ ਕੀ ਕਹਿਣਗੇ, ਮੋਹਤਬਾਰ ਬੰਦਾ ਇੰਨਾ ਝੂਠ ਬੋਲਦਾ। ਦੂਜੀ ਵਾਰ ਦੱਸਿਆ, ਤੀਸਰੀ ਵਾਰ ਬਿਲਕੁਲ ਹੀ ਖ਼ਤਮ ਹੋ ਗਿਆ। ਤੋ ਇੰਝ ਕੋਈ ਵੀ ਗਲਤੀ ਹੁੰਦੀ ਹੈ ਅਤੇ ਉਹ ਪੰਜਾਂ ਪਿਆਰਿਆਂ ਨੂੰ ਜ਼ਰੂਰ ਦੱਸ ਕੇ ਉਹਦੀ ਮਾਫੀ ਲੈਣੀ ਹੈ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਇਨਸਾਨ ਗੁਰੂ ਦੀ ਸਾਖੀ ਨੂੰ ਯਾਦ ਰੱਖਦਾ ਕਿ ਭਾਈ ਜੋਗਾ ਸਿੰਘ ਪਕੜਿਆ ਗਿਆ ਸੀ ਅਤੇ ਕਲਗੀਧਰ ਮਹਾਰਾਜ ਨੇ ਉਹਦੇ ਕੰਨ ਪੁੱਟੇ ਸਨ ਅਤੇ ਉਹਨੇ ਫਿਰ ਮਾਫੀ ਮੰਗੀ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਵਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ। ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ। ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਜੀ। ਸਾਰੀ ਰਾਤ ਪਹਿਰਾ ਦੇਵੇ। ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਇਉਂ ਕਹਿੰਦੇ ਪੰਚੋਂ ਇੰਦਰੀ ਬਸ ਕਰ ਰਾਖੈ। ਗੁਰ ਕੀ ਸਾਖੀ ਰਾਖੈ ਚੀਤ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਜਿਹੜਾ ਮਹਾਰਾਜ ਜੀ ਦੀ ਸਾਖੀ ਨੂੰ ਆਪਦੇ ਚਿੱਤ ਵਿੱਚ ਰੱਖਦਾ ਉਹ ਕਦੀ ਅਲੀਆ ਜਾਗਤ ਰਹਿਣ ਅਲੀਆ ਪੱਖ ਹੈ। ਉਹ ਕਦੀ ਝੂਠ ਨਹੀਂ ਬੋਲਦਾ। ਆਪਦੀ ਅੰਦਰੀਆਂ ਨੂੰ ਆਪ ਦੇ ਅਧੀਨ ਰੱਖਦਾ। ਆਪਦਾ ਮਨ ਅਤੇ ਆਪਦਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰ ਦਿੰਦਾ ਹੈ। ਇੱਕ ਵਾਰ ਮਾਤਾ ਅਜੀਤ ਕੌਰ ਜੀ ਕਲਗੀਧਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੇ। ਜਦ ਮਹਾਰਾਜ ਮਹਿਲਾਂ ਵਿੱਚ ਆਏ, ਆਖਿਆ ਸੱਚੇ ਪਾਤਸ਼ਾਹ ਜਿਹੜੇ ਜੋਗੀ ਲੋਕ ਨੇ ਉਹ 10ਵੇਂ ਦੁਆਰ ਨੂੰ ਬੜੀ ਅਹਿਮੀਅਤ ਦਿੰਦੇ ਨੇ। 10ਵਾਂ ਦੁਆਰ ਹੀ ਕਿਤੇ ਦਰਸ਼ਨ ਕਰਾਓ ਜੀ। ਵੱਡੇ ਭਾਗਾਂ ਨਾਲ ਤੁਹਾਡੇ ਚਰਨਾਂ ਦੀ ਸੇਵਾ ਮਿਲੀ ਹੈ, ਤੁਹਾਡੇ ਘਰ ਵਿੱਚ ਆਏ ਹਾਂ ਅਤੇ ਤੁਸੀਂ ਪ੍ਰਭੂ ਦਾ ਰੂਪ ਹੋ, ਕਿਤੇ 10ਵੇਂ ਦੁਆਰ ਦੇ ਦਰਸ਼ਨ ਕਰਾਓ। ਸੱਚੇ ਪਾਤਸ਼ਾਹ ਕਹਿਣ ਲੱਗੇ ਅਜੀਤ ਕੌਰ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਯੋਗਾ ਅਭਿਆਸ ਨਹੀਂ ਗੁਰਮਤਿ ਯੋਗ ਦੀ ਬਖਸ਼ਿਸ਼ ਕੀਤੀ ਹੈ, ਹਠ ਯੋਗ ਦੇ ਵਿੱਚ ਨਹੀਂ ਜੋੜਿਆ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਸੁਤੇ ਸੇ ਦਰਸ਼ਨ ਕਰਾ ਦੇਣ ਤਾਂ ਚੜ੍ਹਦੀ ਕਲਾ, ਅਤੇ ਜੇ ਨਹੀਂ
ਤਾਂ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ। ਤੁਸੀਂ ਨਾਮ ਦੇ ਵਿੱਚ ਚਿੱਤ ਜੋੜੋ। ਕਹਿੰਦੇ ਜੀ ਉਹ ਤਾਂ ਅਸੀਂ ਨਿਤਨੇਮ ਕਰਦੇ ਹਾਂ, ਜਿੰਨਾ ਤੁਸੀਂ ਕਰਾਉਂਦੇ ਹੋ ਉਹਨਾਂ ਰੱਬ ਰੱਬ ਕਰੀਦਾ। ਅਤੇ ਪਰ ਜ਼ਰੂਰੀ ਬੇਨਤੀ ਹੈ, ਕਿਰਪਾ ਕਰੋ 10ਵੇਂ ਦੁਆਰ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਚੰਗਾ, ਫਿਰ ਚੌਂਕੜਾ ਮਾਰ ਕੇ ਬੈਠ, ਅੱਖਾਂ ਬੰਦ ਕਰ ਲਾ। ਸੱਜੀ ਨਾਸਕਾ ਥਾਣੀ ਸਵਾਸ ਉੱਪਰ ਚੜ੍ਹਾ ਅਤੇ ਖੱਬੀ ਥਾਣੀ ਹੇਠਾਂ ਨੂੰ ਉਤਾਰ। ਇੰਝ ਇਹ ਸਵਾਸ ਦੀ ਪ੍ਰਕਿਰਿਆ ਚਲਾ। ਕਹਿੰਦੇ ਜੀ 7 ਬਚਨ। ਕਹਿੰਦੇ ਮਹਾਰਾਜ ਇਸ ਤਰ੍ਹਾਂ ਹੋ ਰਿਹਾ। ਕਹਿੰਦੇ ਹੁਣ ਇੰਝ ਕਰ, ਖੱਬੀ ਨਾਸਕਾ ਥਾਣੀ ਸਵਾਸ ਉੱਤੇ ਨੂੰ ਚਾੜ ਅਤੇ ਸੱਜੀ ਥਾਣੀ ਹੇਠਾਂ ਨੂੰ ਉਤਾਰ। ਅਤੇ ਮਹਾਰਾਜ ਕਹਿੰਦੇ ਨੇ ਵੀ ਇਉਂ ਕਰ, ਜਿਹੜੀ ਪ੍ਰਵੱਟਿਆਂ ਦੇ ਵਿਚਕਾਰਲੀ ਤ੍ਰਿਕੁਟੀ ਵਾਲੀ ਜਗ੍ਹਾ ਹੈ, ਇੱਥੇ ਸਵਾਸ ਨੂੰ ਟਿਕਾਉਣਾ ਕਰ। ਸੁਖਮਨਾਂ ਦੇ ਵਿੱਚ, ਸੁਖਮਨਾਂ ਦੇ ਵਿੱਚ ਸਵਾਸ ਜਦ ਟਿਕ ਗਏ, ਕਹਿੰਦੇ ਹੁਣ ਤ੍ਰਿਕੁਟੀ ਫੁਰ ਭਰਮ ਭੋ ਭਾਗਾ ਲਜਭਾਨੀ ਮਟਕੀ ਮਾਠ, ਜੋ 10ਵੇਂ ਦੁਆਰ ਦਾ ਦਰਵਾਜ਼ਾ ਇਹ ਮੰਨਿਆ ਗਿਆ ਹੈ, ਅਤੇ ਇਹਦੇ 'ਤੇ ਜ਼ੋਰ ਮਾਰ ਕੇ ਇਹਨੂੰ ਭੰਨ। ਸਵਾਸਾਂ ਦਾ ਜ਼ੋਰ ਮਾਰਿਆ, ਦਰਵਾਜ਼ਾ ਟੁੱਟ ਗਿਆ। ਕਹਿੰਦੇ ਹੁਣ ਕਿੱਥੇ ਹੈ? ਕਹਿੰਦੇ ਜੀ 10ਵੇਂ ਦੁਆਰ ਵਿੱਚ ਪਹੁੰਚ ਗਈ। ਮਹਾਰਾਜ ਕਹਿੰਦੇ ਇੱਥੇ ਕੀ ਕੁਛ ਹੈ? ਅਤੇ ਕਹਿੰਦੇ ਜੀ ਤੇ ਅਨੇਕ ਰੂਪ ਨਾਉ ਨਮ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਵਾਜੇ ਗਾਜੇ ਵੱਜ ਰਹੇ ਨੇ, ਬੜਾ ਰਾਗ ਰੰਗ ਹੈ, ਬੜਾ ਹੀ ਆਨੰਦ ਹੈ। ਸਾਹਿਬ ਕਹਿਣ ਲੱਗੇ ਕਿ ਇੱਕ ਰਸ ਹੈ ਕਿ ਘੱਟ ਦਾ ਵਾਧਾ। ਕਹਿੰਦੇ ਜੀ ਜਦ ਇਕਾਂਤ ਹੋਵੇ, ਇਕਾਗਰਤਾ ਹੋਵੇ ਤਾਂ ਜ਼ਿਆਦਾ ਆਨੰਦ ਹੈ, ਜੇ ਰੌਲਾ ਹੋਵੇ ਤਾਂ ਘੱਟ ਵੀ ਜਾਂਦਾ। ਇੱਕ ਰਸ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੂੰ ਇੰਝ ਕਰ, ਇਹਨਾਂ ਆਵਾਜ਼ਾਂ ਦੇ ਵਿੱਚੋਂ ਵਾਹਿਗੁਰੂ 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 ਨਾਮ ਦੀ ਆਵਾਜ਼ ਸੁਣ। ਜਿਸ ਤਰ੍ਹਾਂ ਜੋੜੀ ਵੱਜਦੀ ਹੈ, ਵਾਜਾ ਵੱਜਦਾ ਹੈ, ਰਾਗੀ ਸਿੰਘ ਸਾਜ਼ ਵਜਾਉਂਦੇ ਨੇ ਅਤੇ ਨਾਲ ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ। ਜੇ ਨਿਰਾ ਹੀ ਹਾ ਹੂ ਕਰੀ ਜਾਏ, ਸਾਜ਼ ਹੀ ਵਜਾਈ ਜਾਏ, ਨਾਲ ਪੜ੍ਹੇ ਕੋਈ ਨਾ, ਤਾਂ ਕੋਈ ਲਾਭ ਨਹੀਂ ਹੈ। ਇਉਂ ਸਾਜ਼ ਸੁਣਨ ਦੀ ਬਜਾਏ, ਸੰਗੀਤ ਸੁਣਨ ਦੀ ਬਜਾਏ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣੇ। ਕਹਿੰਦੇ ਜੀ 7 ਬਚਨ। ਜਦ ਵਾਹਿਗੁਰੂ ਮੰਤਰ ਦੀ ਧੁਨੀ ਸੁਣੀ, ਇੰਨਾ ਆਨੰਦ ਆਇਆ। ਮਹਾਰਾਜ ਕਹਿੰਦੇ ਕੈਸਾ ਆਨੰਦ ਹੈ? ਕਹਿੰਦੇ ਜੀ ਇਹ ਤਾਂ 1000 ਗੁਣਾ ਵੱਧ ਆਨੰਦ ਹੈ, ਅਤੇ ਇੱਕ ਰਸ ਹੈ, ਨਾ ਟੁੱਟਦਾ ਨਾ ਮੁੱਕਦਾ, ਸਮੁੰਦਰ ਦੀ ਤਰ੍ਹਾਂ ਥਾਂ ਹੈ। ਸੋ ਪਾਤਸ਼ਾਹ ਜੀ ਕਹਿਣ ਲੱਗੇ ਇਹ ਅਜੀਤ ਕੌਰ, ਜੇ 10ਵੇਂ ਦੁਆਰ ਵਿੱਚ ਪਹੁੰਚ ਕੇ ਵੀ ਨਾਮ ਦੇ ਵਿੱਚ ਹੀ ਆਨੰਦ ਹੈ, ਅਤੇ ਤੈਨੂੰ ਤਾਂ ਪਹਿਲਾਂ ਹੀ ਆਖਿਆ ਸੀ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਦੇ ਵਿੱਚ ਕੋਈ 10ਵੇਂ ਦੁਆਰ ਦੀ ਇੰਨੀ ਖਾਸ ਅਹਿਮੀਅਤ ਨਹੀਂ ਹੈ। ਕਈਆਂ 10ਵੇਂ ਦੁਆਰ ਨੂੰ ਹੀ ਸਿਰ ਉੱਪਰ ਚੜ੍ਹਾਇਆ ਹੁੰਦਾ। ਅਤੇ ਜੋਗੀ ਲੋਕ ਵੇਖੋ, ਮਛੰਦਰ ਨਾਥ ਨੂੰ 10ਵੇਂ ਦੁਆਰ ਦਾ ਹੀ ਪ੍ਰਾਪਤੀ ਸੀਗੀ, ਪਰ ਉਹਦਾ ਮਨ ਨਿਰਮਲ ਨਹੀਂ ਸੀ। 10ਵੇਂ ਦੁਆਰ ਦੇ ਵਿੱਚ ਜਿਸ ਤਰ੍ਹਾਂ ਲੋਕ ਸੰਗੀਤ ਸੁਣਦੇ ਨੇ, ਫਿਲਮਾਂ ਵੇਖਦੇ ਨੇ, ਇਉਂ ਜੋਗੀ ਲੋਕ 10ਵੇਂ ਦੁਆਰ ਦੇ ਵਿੱਚ ਬੈਠ ਕੇ ਫਿਲਮਾਂ ਵੇਖਣ ਲੱਗ ਪੈਂਦੇ। ਅੱਜ ਕੱਲ੍ਹ ਤਾਂ ਸਾਇੰਸ ਦੇ ਸਾਧਨ ਨੇ, ਉਹ ਕੇਬਲ ਟੀਵੀ ਜਾਂ ਮੋਬਾਇਲ 'ਤੇ ਜੋ ਮਰਜ਼ੀ ਵੇਖੀ ਜਾਓ। ਪੁਰਾਣਾ ਟਾਈਮ ਇਸ ਤਰ੍ਹਾਂ ਦਾ ਨਹੀਂ ਸੀਗਾ। ਲੋਕ ਪੁੱਜ ਕੇ ਜਾਂਦੇ ਵੇਸਵਾ ਦੇ ਅਖਾੜੇ 'ਚ। ਜੋਗੀਆਂ ਨੇ ਕੀ ਕਰਨਾ, ਆਪਦੇ 10ਵੇਂ ਦੁਆਰ 'ਚ ਫਿਲਮਾਂ ਵੇਖੀ ਜਾਣੀਆਂ। ਕਿੱਥੇ ਵੇਸਵਾ ਨੱਚ ਰਹੀ ਹੈ, ਕਿੱਥੇ ਕੀ ਹੋ ਰਿਹਾ। ਕੋਈ ਚੰਗਾ ਕੰਮ ਥੋੜ੍ਹਾ ਆ ਕਿਸੇ ਦੇ ਪਰਦੇ ਨੂੰ ਦੇਖਣਾ। ਬਿਲਕੁਲ ਸੱਚੀ ਗੱਲ ਜੇ, ਮੈਂ ਝੂਠ ਨਹੀਂ ਜੇ ਬੋਲਦਾ, ਕਿਉਂਕਿ ਜੋ ਕੁਝ ਲਿਖਿਆ ਉਹਦੇ ਵਿੱਚ ਆਪਾਂ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਹਾਂ। ਬਾਬਾ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਆ ਰੋਪੜ ਦੇ ਕੋਲ ਜਥੇ ਸਮੇਤ ਤੁਰੇ ਜਾ ਰਹੇ ਸਨ। ਇੱਕ ਜਗ੍ਹਾ ਤੋਂ ਕਥਾ ਜਾਂ ਦੂਜੀ ਜਗ੍ਹਾ ਕਰਨ ਜਾਂਦੇ ਤਾਂ ਤੁਰ ਕੇ ਹੀ ਜ਼ਿਆਦਾ ਸਫ਼ਰ ਕਰਦੇ ਸਨ।
एक जोगी भुखा नंगा जिहा, ना उहदे सिर ते कपड़ा, ना उहदे तेड़, ना गल, ना बात, ते नागा जिहा उं ही मंगता जिहा सड़क के किनारे ते बैठा, एवें ही दंदियां जिहियां कड्ढी जाए, आपदी बूथी जी खराई जाए, तो वेखण नूं जापे भी बहुत वड्डा फकीर, बड़ा साध है, तो वो आपदे आप जी हसी जाए, अखां उहदियां बंद। महांपुर कहंदे खालसा जी, सिंह जी, आ जोगी बारे पता भी है कौन? कहंदे जी नहीं। कहंदे वो दंदियां कढ़ रहा, पता की वेख रहा? दसां? कहंदे जी दसो। कहंदे 10वें द्वार दे विच है, 10वें द्वार दे विच सारा कुछ दिखदा बंदे नूं, ते जे पुट्ठे काम च पै गया, ये दिल्ली पहुंचिया होया, दिल्ली वेसवा दा अखाड़ा लगा होया, तेज हवा आई, हवा दे नाल नचदी दा वो जिहड़ा घग्गरा सी उपर नूं हो गया, ते उहदा नंगेज वेख के हस रहा, मैनूं माफ़ करना। कलगीधर दशमेश पिता धन गुरु गोबिंद सिंह महाराज ने ताइयों खंडे बाटे दा अमृत छका के नाल रहत दित्ती है। अमृत तां देवतियां ने भी पीता सीगा, पर उन्हां दी रहत कोई नहीं सीगी, उन्हां नूं समझाउण वाला कोई नहीं सीगा। जे गुरु गोबिंद सिंह ने अमृत छकाया हुंदा खीर समुंदर चों कढ़ के, ते महाराज नाल दसदे भी निकम्मिओ, बुरी निगाह नहीं करनी किसी के घर वाल, करैतां तो बच के रहना, ककारां नूं पहनना है, आपदी पहचान बनाओ। कोई कुत्ता बनया, कोई बिल्ला बनया, कोई कुक्कड़ बन के बांग दे रहा, कोई कुछ कोई कुछ, ये कोई काम थोड़ा अमृतधारियां दा। इंद्र ने की कीता सी? बिल्ला बन के गया सी गौतम दे घर, ये कोई देवते का काम है? दसो। स्वर्गां दा राजा होवे ते बिल्ला बनी फिरे, लोगों के घर तुरया फिरे, चंद्रमा कुक्कड़ी बनया सी। जिहड़ा सिंह है मन उहदे सिर ते निशान साहब चुलाता, गुरुद्वारे का निशान साहब गुरुद्वारे की पहचान है, सिर ते गुरुद्वारा बनाता। गज के आखो सतनाम श्री वाहिगुरू। बंदा हज़ारां लखां च खलोता होवे, निहंग से वखरा ही दिसूगा, वो बंदा कित्थे बुरा काम करू? दसो मैनू। फरले वाला उपर दी गात्रा पवाता, सोहना बाणा पवाया, वो सारियां च पहचानिया जाऊ। बाणी बाणा पंख पछाणू, सिंह गुरु दा पंछी जाणू, इहो पंजां कारां दी रहत दित्ती, चौं बजर करातां तो बच के रहण दी आग्या दित्ती। 10वें द्वार नूं टम्मणे ते नहीं चढ़ाया। बंदे दा जीवन होना चाहिए, जिहदे असूल नहीं, डिसिपलिन नहीं, प्रिंसीपल नहीं, वो बंदा कहदा। सिख नाम साध संगत जीओ किसी शरीर का नहीं है, सिख तो असूलों का नाम है। जिन्हें असूलों च परपक्ता की है, आपदे नियमां नूं पालिया, सिक्खी सिक्ख्या गुर विचार, उही सिख है। सिख जमदा नहीं, कोई माँ सिख नूं जन्म नहीं दिंदी। सिख गुरु नानक साहब के घर आके सिक्ख्या लैके बनता है। श्री गुरु गोबिंद सिंह महाराज ने उन्ना चिर आपदे नाम नाल सिंह नहीं लवाया जिन्ना चिर अमृत नहीं छकिया। तो इस वास्ते असी सिखां दे मुंडे तां खवाउंदे आ, पर दाढ़ी साडे मूँह ते नहीं, केस उपर नहीं, गात्रे कृपान नहीं, गुरु की मर्यादा नहीं, असूल नहीं, प्रिंसीपलों की पालना नहीं, तो जमदे सिख नहीं है। ये गल विचारनी चाहिए है। 9 पातशाहियां तक भावें बामण भी महाराज की सिक्ख्या मानते, वो भी सिख बन जाते। मुसलमान वेखो बाबा फरीद साहब की बाणी गुरु ग्रंथ साहब च दर्ज है, ब्राह्मणों की बाणी दर्ज है। उन्होंने असूल सीगे, सिद्धांतां की पालना उन्होंने की, ते गुरु जी नूं भाग गए, तो प्रभु प्राप्ति वालियां दी बाणी गुरु ग्रंथ साहब च दर्ज की गई। तो इसलिए मछंदर नाथ जिहड़ा गोरख का गुरु सीगा, बाल गुंदाई दे नाल इहदा झगड़ा हो गया। हरेक इंसान की कमजोरी हुंदी है, गोरख बोलणों ना हटे। बाल गुंदाई अंतरजामी सी, कहन लगा तू वड्डा ज्ञानी बन रहा, आपदे गुरु नूं तां संभाल, तेरा गुरु कित्थे तुरया फिरदा पता तैनूं? कहंदा नहीं। कहंदा संगला दीप दे राजे जिहड़ा मरिया होया अमरू दी मुर्दा देह दे विच वड़ के उत्थों दे पद्मनी जात दीयां इस्त्रियां दा सुख लै रहा। जा जाके आपदे पहलां गुरु नूं संभाल, फिर मेरे नाल गल करी। कहंदा वो तां समाधि ला के कहंदे बैठा होया,
ਕਹਿੰਦੇ ਸਮਾਧੀ ਸਮੂਧੀ ਨਹੀਂ ਲਾਈ, ਉਹ ਤਾਂ ਵਿਕਾਰ ਕਰ ਰਿਹਾ ਹੈ। ਗੋਰਖ ਨੂੰ ਬਹੁਤ ਪਰੇਸ਼ਾਨੀ ਹੋਈ ਅਤੇ ਉਹ ਗਿਆ ਸੰਗਲਾ ਦੀਪ ਦੇ ਵਿੱਚ। ਜਿਸ ਵਕਤ ਅੰਦਰ ਪ੍ਰਵੇਸ਼ ਕਰਨ ਲੱਗਾ, ਪਹਿਰੇਦਾਰਾਂ ਨੂੰ ਉਹਨੇ ਰੋਕਿਆ ਹੋਇਆ ਸੀ ਕਿ ਕੰਨ ਪਾਟਾ ਜੋਗੀ ਮੇਰੇ ਦੇਸ਼ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਮਹਿਕਮੇ ਦੇ ਬੰਦੇ ਨੂੰ ਆਪਦੇ ਮਹਿਕਮੇ ਬਾਰੇ ਜਾਣਕਾਰੀ ਹੁੰਦੀ ਹੈ ਵੀ ਜੇ ਸਾਡੀ ਕੈਟਾਗਰੀ ਦਾ ਬੰਦਾ ਕੋਈ ਜੋਗੀ ਆ ਗਿਆ ਮੈਨੂੰ ਪਹਿਚਾਣ ਲਊਗਾ। ਇਸ ਲਈ ਜੋਗੀਆਂ ਦੀ ਐਂਟਰੀ ਉਹਨੇ ਮਨ੍ਹਾ ਕੀਤੀ ਸੀ। ਇਹਨੇ ਸੋਚਿਆ ਵੀ ਮਨ੍ਹਾ, ਆਪਦੇ ਕੰਨ ਢੱਕੋ। ਤੋ ਇਸ ਤਰ੍ਹਾਂ ਪੇਸ ਵਟਾ ਕੇ ਕੰਨ, ਜਿਸ ਤਰ੍ਹਾਂ ਮਾਈਆਂ ਉੱਤੇ ਚੁੰਨੀ ਲੈਂਦੀਆਂ ਨੇ, ਇਸ ਤਰ੍ਹਾਂ ਆਪਦੇ ਮੁੰਦਰਾਂ ਵਾਲੇ ਕੰਨਾਂ ਨੂੰ ਢੱਕ ਕੇ ਪਹਿਰੇਦਾਰਾਂ ਨੂੰ ਭੁਲੇਖਾ ਪਾ ਕੇ ਅੰਦਰ ਪ੍ਰਵੇਸ਼ ਕਰ ਗਿਆ। ਫਿਰ ਦਰਬਾਰ ਦੇ ਵਿੱਚ ਕਿਵੇਂ ਜਾਏ? ਇਹਨੇ ਇੱਕ ਉਸਤਾਦ ਜਿਹੜਾ ਉੱਥੇ ਜਦ ਵੇਸਵਾ ਨੱਚਦੀ, ਬੀਬੀਆਂ ਦਾ ਨਾਚ ਹੁੰਦਾ, ਉੱਥੇ ਜੋੜੀ ਵਜਾਉਂਦਾ ਹੁੰਦਾ ਸੀ, ਉਹਦੇ ਪੈਰ ਪੁਰ ਗੋਡੇ ਘੁੱਟੇ, ਕਹਿਣ ਲੱਗੇ ਉਸਤਾਦ ਜੀ ਮੈਨੂੰ ਜੋੜੀ ਸਿਖਾਓ। ਉਹਦਾ ਸ਼ਾਗਿਰਦ ਬਣ ਗਿਆ, ਜੋੜੀ ਸਿੱਖ ਲਈ। ਇੱਕ ਦਿਨ ਤਰਲੇ ਮਾਰਨ ਲੱਗਾ ਜੀ ਮੈਨੂੰ ਵੀ ਰਾਜ ਦਰਬਾਰ ਦੇ ਦਰਸ਼ਨ ਕਰਾਓ। ਜਾਂ ਉਹ ਇੱਕ ਦਿਨ ਬਿਮਾਰ ਹੋ ਗਿਆ ਅਤੇ ਇਹਨੂੰ ਭੇਜ ਦਿੱਤਾ ਕਿ ਜਾਂ ਤੂੰ ਮੇਰੀ ਡਿਊਟੀ ਨਿਭਾਇਆ। ਜਾਂ ਤਾਂ ਉਹਦੇ ਨਾਲ ਗਿਆ ਜਾਂ ਉਹਦੇ ਤੋਂ ਅਲੱਗ ਗਿਆ, ਪਰ ਗਿਆ ਸਹੀ। ਜਿਸ ਵਕਤ ਨਾਚ ਗਾਣਾ ਹੋ ਰਿਹਾ ਸੀ ਅਤੇ ਇਹ ਦੰਦੀਆਂ ਜਿਹੀਆਂ ਖਰਾ ਰਿਹਾ ਸੀ, ਮਛੰਦਰ ਨਾਥ ਅਮਰੂ ਰਾਜੇ ਦੀ ਦੇਹ ਵਿੱਚ ਵੜ ਕੇ। ਦੁਨੀਆ ਨੂੰ ਭੁਲੇਖਾ ਸੀ ਵੀ ਅਮਰੂ ਰਾਜਾ ਹੀ ਹੈ, ਫਿਰ ਜਿਉਂਦਾ ਹੋ ਗਿਆ, ਪਰ ਸੀ ਉਹ ਮਛੰਦਰ ਨਾਥ। ਵੇਖੋ ਏਡੀ ਏਡੀ ਵੱਡੀ ਸ਼ਕਤੀ ਵਾਲੇ ਬੰਦੇ ਵੀ ਕਿਹਨਾਂ ਕੰਮਾਂ 'ਚ ਪਏ। ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦੁਨੀਆ ਵਿੱਚ ਹੋਏ ਨੇ ਜਿਨ੍ਹਾਂ ਨੇ ਆਪ ਦਾ ਜਾਤ ਸਤ ਕਾਇਮ ਰੱਖਿਆ, ਨਹੀਂ ਤਾਂ ਸਭ ਢਿੱਲੇ ਮੱਠੇ ਹੋ ਗਏ। ਤਾਈਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਪੰਜਵੇਂ ਪਾਤਸ਼ਾਹ ਨੇ ਝੂਠ ਨਹੀਂ ਲਿਖਿਆ। ਆਪਦੇ ਪਿਓ ਨੂੰ ਸਾਰੇ ਵੱਡਾ ਕਹਿੰਦੇ ਨੇ, ਪਰ ਜਿੱਥੇ ਮਰਜ਼ੀ ਤੁਸੀਂ ਪੜ੍ਹ ਕੇ ਸੁਣ ਕੇ ਵੇਖ ਲਓ, ਗੁਰੂ ਨਾਨਕ ਸਾਹਿਬ ਵਰਗੇ ਅਸੂਲਾਂ ਦਾ ਪੱਕਾ ਕੋਈ ਦੁਨੀਆ ਵਿੱਚ ਪੈਦਾ ਨਹੀਂ ਹੋਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੱਡਾ ਕਿਉਂ ਹੈ ਗੁਰੂ ਨਾਨਕ ਸਾਹਿਬ? ਕਿਉਂਕਿ ਉਹਦੇ ਅਸੂਲ ਨੇ, ਉਹਦੇ ਨਿਯਮ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਆਪਦੇ ਚਾਰੇ ਬੱਚੇ ਹੀ ਦੇਸ਼ ਕੌਮ ਤੋਂ ਵਾਰ ਦਿੱਤੇ। ਅਤੇ ਵੇਖੋ 40 ਸਾਲ ਤੋਂ ਉਮਰ ਅਜੇ ਘੱਟ ਸੀਗੀ। ਜੇ ਗੁਰੂ ਸਾਹਿਬ ਚਾਹੁੰਦੇ ਤਾਂ ਸਾਹਿਬਜ਼ਾਦੇ ਫਿਰ ਪ੍ਰਗਟ ਕਰ ਸਕਦੇ ਸੀ, ਪਰ ਮਹਾਰਾਜ ਦਾ ਧਿਆਨ ਹੀ ਇਸ ਪਾਸੇ ਨਹੀਂ ਸੀ। ਉਹ ਤਾਂ ਦੇਸ਼ ਕੌਮ ਦੀ ਰੱਖਿਆ ਵਾਸਤੇ ਆਏ ਸੀ, ਉਹ ਕੁਲਾਂ ਚਲਾਉਣ ਵਾਸਤੇ ਥੋੜ੍ਹਾ ਆਏ। ਨਾਲੇ ਦੁਨੀਆ ਦਾ ਭੁਲੇਖਾ ਕੱਢ ਦਿੱਤਾ ਵੀ ਕੁਲਾਂ ਪੁੱਤਾਂ ਨਾਲ ਨਹੀਂ ਚੱਲਦੀਆਂ, ਕੁਲਾਂ ਰਹਿਤ ਮਰਿਆਦਾ ਦੇ ਨਾਲ, ਅਸੂਲਾਂ ਦੇ ਨਾਲ ਅਤੇ ਕੁਰਬਾਨੀਆਂ ਨਾਲ ਚੱਲਦੀਆਂ ਨੇ। ਤੁਹਾਡੇ ਨਿਯਮ ਹੋਣ, ਤੁਸੀਂ ਆਪਦੇ ਸਿਧਾਂਤ 'ਤੇ ਪਹਿਰਾ ਦਿਓ, ਭਾਵੇਂ ਮਰ ਜਾਓ ਤਾਂ ਦੁਨੀਆ ਤੁਹਾਨੂੰ ਯਾਦ ਕਰੂਗੀ। ਇਹਦੇ ਨਾਲ ਕੁਲਾਂ ਚੱਲਦੀਆਂ ਨੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਤਾਂ ਆਪਾਂ ਕੀ ਕਰਨੀ। ਉਹਨਾਂ ਦਾ ਕੋਈ ਨਿਹੰਗ ਵੀ ਉੱਥੇ ਹੁੰਦਾ ਜਦੋਂ ਦੁਰਯੋਧਨ ਨੇ ਦ੍ਰੋਪਦੀ ਦੇ ਵਿਰੋਧ ਵਿੱਚ ਹੁਕਮ ਜਾਰੀ ਕੀਤਾ ਵੀ ਇਹਦੇ ਵਸਤਰ ਉਤਾਰੇ ਜਾਣ। ਵੇਖੋ ਭੀਸ਼ਮ ਪਿਤਾਮਾ ਜਿਹਨੂੰ ਦਾਦਾ ਕਹਿੰਦੇ ਨੇ, 6 ਜਤੀਆਂ 'ਚੋਂ ਭੀਸ਼ਮ ਪਿਤਾਮਾ ਜਤੀ ਮੰਨਿਆ। ਅਤੇ 5 ਪਾਂਡਵ ਵੇਖਦੇ ਔਗੜ ਰੁੱਧੀ ਨਾਰ ਜਿਨ੍ਹਾਂ ਦੀ ਭੀਮ ਸੈਨ ਦੇ ਕਹਿੰਦੇ 11 ਹਾਥੀ ਆਕਾਸ਼ ਨੂੰ ਉਹਨੇ ਚਾੜ੍ਹੇ, ਇੰਨਾ ਬਲ ਸੀਗਾ ਉਹਦੇ ਵਿੱਚ। ਅਤੇ ਕੀ ਫਾਇਦਾ ਇੰਨੇ ਬਲ ਦਾ? ਉਹਦੇ ਪਾਪ ਉਪਦਰਵ ਦੇ ਵਿਰੋਧ ਵਿੱਚ ਤਾਂ ਬੋਲ ਨਹੀਂ ਸਕਿਆ, ਕੋਈ ਸੀ ਲਾਭ। ਇਹਨਾਂ ਦਾ ਜਿਹੜਾ ਗੁਰੂ ਸੀਗਾ ਅਸਵਸਥਾਮਾ, ਉਹ ਜਿਨ੍ਹਾਂ ਕੋਲ ਤੀਰ ਅੰਦਾਜ਼ੀ ਸਿੱਖਦੇ ਰਹੇ, ਉਹ ਵੀ ਉੱਥੇ ਬੈਠਾ ਸੀਗਾ। ਕੋਈ ਨਹੀਂ ਬੋਲਿਆ ਪਿਓ ਦਾ ਪੁੱਤ। ਅਤੇ ਮੈਂ ਹਮੇਸ਼ਾ ਹੀ ਸੋਚਦਾ ਹੁੰਦਾ ਵੀ ਜੇ ਮਹਾਰਾਜ ਦਾ ਆਮ ਜਿਹਾ ਹੀ ਨਿਹੰਗ ਹੁੰਦਾ, ਉਹਨੇ ਫੜ ਕੇ ਵਰਸ਼ਾ ਦੁਰਯੋਧਨ ਦੇ ਵਿੱਚ ਦੀ ਲੰਘਾ ਦੇਣਾ ਸੀ। ਆਪ ਭਾਵੇਂ ਗਾਟਾ ਲਵਾ ਲੈਂਦਾ, ਆਪ ਭਾਵੇਂ ਸ਼ਹੀਦੀ ਪਾ ਦਿੰਦਾ, ਪਰ ਦੁਰਯੋਧਨ ਨੂੰ ਉਹਨੇ ਛੱਡਣਾ ਨਹੀਂ ਸੀ ਵੀ ਪੁੱਤ ਤੂੰ ਕੀ ਕਰ ਰਿਹਾ, ਇਹ ਕੋਈ ਕੰਮ ਚੰਗਾ ਥੋੜ੍ਹਾ ਰਾਜੇ ਲਈ। ਪਰ ਵੇਖੋ ਉਹਦੀ ਭਗਤੀ ਰੰਗ ਲਿਆਈ, ਉਹਨੇ ਆਪ ਦੀ ਅਰਦਾਸ ਕੀਤੀ ਤਾਂ ਭਗਵਾਨ ਨੇ ਗੁਪਤ ਰੂਪ ਦੇ ਵਿੱਚ ਉਹਦੀ ਰਕਸ਼ਾ ਕੀਤੀ। ਕੋਈ ਬਹਾਦਰ ਕੋਈ ਸੂਰਮਾ ਉੱਥੇ ਨਹੀਂ ਬੋਲਿਆ। ਕਾਹਦੀ ਸੂਰਮੰਗਤੀ ਹੈ? ਤੋ ਇੰਝ ਅੰਮ੍ਰਿਤਾ ਪਹਿਲਾਂ ਵੀ ਸੀਗਾ, ਪਰ ਮਰਿਆਦਾ ਨਹੀਂ ਸੀਗੀ। ਸਾਡੇ ਗੁਰੂਆਂ ਨੇ ਆਪਦੇ ਜੀਵਨ ਨੂੰ ਪਰਪੱਕ ਰੱਖਿਆ ਔਰ ਸਿੱਖੀ ਸਿਧਾਂਤਾਂ ਨੂੰ
ਪਾਲਣ ਵਾਸਤੇ ਆਗਿਆ ਕੀਤੀ, ਨਾਲ ਗੁਰਮਤਿ ਰਹਿਤ ਮਰਿਆਦਾ ਦੀ ਬਖਸ਼ਿਸ਼ ਕੀਤੀ। 10ਵੇਂ ਦਵਾਰ ਦੀ ਕੋਈ ਕੀਮਤ ਜਾਂ ਅਹਿਮੀਅਤ ਨਹੀਂ। ਮੈਨੂੰ ਕਈਆਂ ਨੇ ਬਾਂਹ ਤੋਂ ਫੜ ਅਤੇ ਜ਼ੋਰ ਲਾਇਆ ਵੀ ਚਲੋ ਸਾਡੇ ਬਾਬੇ ਕੋਲ ਮੁਕਤਸਰ ਸਾਹਿਬ, ਅਤੇ ਇੱਕ ਸੰਸਥਾ ਉੱਥੇ ਚੱਲਦੀ ਹੈ, ਉਹ 10ਵੇਂ ਦਵਾਰ ਨੂੰ ਕਾਫੀ ਅਹਿਮੀਅਤ ਦਿੰਦੇ ਨੇ। ਮੈਂ ਉਹਨਾਂ ਦਾ ਨਾਮ ਨਹੀਂ ਲੈਣਾ। ਇੱਕ ਯੂਨੀਵਰਸਿਟੀ ਵੀ ਬਣਾਈ ਹੋਈ ਹੈ, ਆਖੇ ਜੀ ਬ੍ਰਹਮ ਗਿਆਨੀ ਤਿਆਰ ਕਰਦੇ। ਮੈਂ ਤਾਂ ਅਜੇ ਤੱਕ ਕੋਈ ਯੂਨੀਵਰਸਿਟੀ ਵੇਖੀ ਨਹੀਂ ਜਿਹ 'ਚੋਂ ਬ੍ਰਹਮ ਗਿਆਨੀ ਤਿਆਰ ਹੁੰਦਾ ਹੋਵੇ। ਕੋਈ ਸਕੂਲਾਂ ਕਾਲਜਾਂ ਜਾਂ ਯੂਨੀਵਰਸਿਟੀਆਂ 'ਚੋਂ ਬ੍ਰਹਮ ਗਿਆਨੀ ਥੋੜ੍ਹੋ ਬਣਦੇ ਨੇ। ਜਿਸ ਤਰ੍ਹਾਂ ਤਾਂ ਫਿਰ ਬਾਬਾ ਬੁੱਢਾ ਜੀ ਯੂਨੀਵਰਸਿਟੀ 'ਚੋਂ ਹੀ ਤਿਆਰ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਜੀ, ਜੀਵਨ ਬੰਦੇ ਦਾ ਸੇਵਾ ਕਰਕੇ ਬਣਦਾ, ਭਾਂਡੇ ਮਾਂਜ ਕੇ ਬਣਦਾ ਹੈ। ਉਸ ਤਰ੍ਹਾਂ ਨਹੀਂ ਸਰਟੀਫਿਕੇਟ ਮਿਲਦਾ ਬ੍ਰਹਮ ਗਿਆਨ ਦਾ। ਤਾਂ ਇਸ ਲਈ ਜਿਹੜਾ ਕੋਈ ਕਹਿੰਦਾ ਉਹ ਸਟੰਟ ਕਰ ਰਿਹਾ ਹੈ, ਆਪਦੇ ਮਗਰ ਲਾ ਰਿਹਾ। ਲੋਕਾਂ ਨੇ ਬ੍ਰਹਮ ਗਿਆਨ ਨੂੰ ਇੱਕ ਜਲੇਬੀਦਾਰ ਬਣਾਇਆ ਹੋਇਆ। ਮਹਾਰਾਜ ਨੇ ਤਾਂ ਸਿੱਧਾ ਸਾਦਾ ਜਪਜੀ ਸਾਹਿਬ, ਸਿੱਧੀ ਗੁਰਬਾਣੀ ਦਾ ਨਿਤਨੇਮ, ਵਾਹਿਗੁਰੂ ਵਾਹਿਗੁਰੂ ਬਖਸ਼ਿਸ਼ ਕੀਤਾ। ਕੋਈ ਕਹਿੰਦਾ ਪੁੱਠੇ ਹੋ ਕੇ ਜਪੋ, ਕੋਈ ਕਹਿੰਦਾ ਸਿੱਧੇ ਹੋ ਕੇ ਜਪੋ, ਕੋਈ ਕਹਿੰਦਾ ਸਵਾਸਾਂ ਨੂੰ ਇੰਝ ਕਰੋ, ਕੋਈ ਕਹਿੰਦਾ ਉਂਝ ਕਰੋ। ਪਰ ਮਾਤਾ ਅਜੀਤ ਕੌਰ ਨੂੰ ਕਲਗੀਧਰ ਜੀ ਨੇ ਇਹ ਇਤਿਹਾਸ ਦੀ ਸਾਖੀ ਹੈ, ਗੁਰ ਕੀ ਸਾਖੀ ਰਾਖੈ ਚੀਤ, ਕਰ ਪੱਲਵ ਸਾਖਾ ਵਿਚਾਰੇ, ਆਪਣਾ ਜਨਮ ਨਾ ਜੂਐ ਹਾਰੇ, ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫਿਰ ਚੜਾਵੇ ਸੂਰ। ਤੋ ਇੰਝ ਗੁਰੂ ਮਹਾਰਾਜ ਜੀ ਨੇ ਗੁਰਮਤ ਮਰਿਆਦਾ ਨੂੰ ਬਖਸ਼ਿਸ਼ ਕੀਤਾ ਕਿ ਗੁਰਮਤ ਇਹ ਕਹਿੰਦੀ ਹੈ ਕਿ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ। ਜਿਹੜਾ ਜੱਟ ਜ਼ਿਮੀਂਦਾਰ ਹੈ ਉਹ ਜਦ ਪੈਲੀ ਵਿੱਚ ਬੀਜ ਸੁੱਟਦਾ ਹੈ ਅਤੇ ਇਹ ਸਿੱਧਾ ਸੁੱਧਾ ਕਰਕੇ ਜਾਂ ਕੱਲਾ ਕੱਲਾ ਕਰਕੇ ਨਹੀਂ, ਉਹ ਕਣਕ ਦਾ ਛੱਟਾ ਹੀ ਮਾਰਦਾ। ਜਿੱਥੇ ਡਿੱਗ ਪਿਆ, ਪੁੱਠਾ ਡਿੱਗ ਪਿਆ, ਸਿੱਧਾ ਡਿੱਗ ਪਿਆ। ਜਿਹੜਾ ਡਿੱਗ ਪਿਆ ਪੈਲੀ ਦੇ ਵਿੱਚ ਉਹਨੇ ਉੱਗਣਾ ਹੀ ਉੱਗਣਾ ਹੈ। ਸੁਹਾਗਾ ਮਾਰੋ ਅਤੇ ਉੱਪਰ ਦੀ ਪਾਣੀ ਦਿਓ, ਉੱਗੇਗਾ। ਅਤੇ ਇਸ ਲਈ ਭਾਵੇਂ ਵਾਹਿਗੁਰੂ ਚੌਂਕੜਾ ਮਾਰ ਕੇ ਆਖੋ, ਭਾਵੇਂ ਲੰਮੇ ਪੈ ਕੇ ਕਹੋ, ਅਤੇ ਭਾਵੇਂ ਪੁੱਠਾ ਲਟਕ ਕੇ ਕਹੋ, ਅਤੇ ਭਾਵੇਂ ਜਿਹੜਾ ਮਰਜ਼ੀ ਆਸਣ ਲਾਓ, ਭਾਵੇਂ ਸਵਾਸਾਂ ਨੂੰ ਤਾਂ ਕਰੋ ਅਤੇ ਭਾਵੇਂ ਸ਼ਾਂ ਕਰੋ। ਸਾਨੂੰ ਤਾਂ ਇਸ ਤਰ੍ਹਾਂ ਦਾ ਆਉਂਦਾ ਹੀ ਨਹੀਂ। ਉਹ ਸਿਰ ਦਰਦ ਹੋਣ ਲੱਗ ਪੈਂਦਾ, ਔਖੇ ਜਿਹੇ ਹੋ ਕੇ ਬੋਲਿਆ ਤਾਂ ਕੀ ਲਾਭ ਹੋਇਆ। ਅਤੇ ਇਸ ਵਾਸਤੇ ਸੰਗਤ ਦੇ ਵਿੱਚ ਸਿੱਧਾ ਹੀ ਸਤਿਨਾਮ ਵਾਹਿਗੁਰੂ, ਜੱਟ ਸੌਦਾ ਕਾਰ ਸੇਵਾ ਵਾਲਿਆਂ ਵਰਗਾ, ਇੰਝ ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜਟਾ ਧਾਰ ਕੇ ਕਮਾਵੇ ਜੋਗ। ਸੋ ਕਹਿੰਦੇ ਨੇ ਜੜਾਵਾਂ ਧਾਰ ਕੇ ਬੰਦਾ ਜੋਗੀ ਨਹੀਂ ਬਣ ਸਕਦਾ। ਜਿਸ ਵਕਤ ਗੋਰਖਨਾਥ ਗਿਆ ਅਤੇ ਉਹਨੇ ਜੋੜੀ ਵਜਾਉਂਦਿਆਂ ਹੋਇਆਂ ਛਾਪ ਲਾਈ, ਜੋੜੀ ਦੇ ਵਿੱਚੋਂ ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਜਿਸ ਤਰ੍ਹਾਂ ਭੂਤ ਕੱਢਦੇ ਨੇ ਬਾਬੇ, ਭੂਤਾਂ ਵਾਲੇ ਬਾਬੇ ਇੱਕ ਘੜਾ ਜਿਹਾ ਲੈ ਕੇ ਉਹਦੇ 'ਤੇ ਕਹਿਣ ਦੀ ਥਾਲ ਮੁੱਧੀ ਮਾਰ ਕੇ ਅਤੇ ਡੰਡੀਆਂ ਜਿਹੀਆਂ ਲੈ ਕੇ, ਨਾਲੇ ਤਾਂ ਡੰਡੀਆਂ ਖੜਕਾਉਂਦੇ ਨੇ ਅਤੇ ਨਾਲੇ ਉਹ ਧਾਰਨਾ ਜਿਹੀਆਂ ਪੜ੍ਹਦੇ ਨੇ, ਲਹਿਰੀਆ ਜਿਹਾ ਗਾਉਂਦੇ ਨੇ। ਅਤੇ ਇੰਝ ਭੂਤਾਂ ਵਾਲੇ ਬਾਬਿਆਂ ਦੀ ਤਰ੍ਹਾਂ ਉਹਨੇ ਜੋੜੀ ਦੇ ਵਿੱਚੋਂ ਤਾਲ ਕੱਢਿਆ, ਬੋਲ ਕੱਢੇ, ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਉਹਦੀ ਰੂਹ ਨੂੰ ਅਮਰੂ ਰਾਜੇ ਦੀ ਦੇਹ ਵਿੱਚੋਂ ਕੱਢ ਕੇ ਅਤੇ ਇਹਦੀ ਅਸਲੀ ਦੇਹ ਵਿੱਚ ਜਿੱਥੇ ਸਮਾਧੀ ਲਾ ਕੇ ਬੈਠਾ ਸੀ 10ਵੇਂ ਦਵਾਰ ਦੇ ਵਿੱਚ, ਉਹਦੇ ਵਿੱਚ ਲਿਆ ਕੇ ਪਾਇਆ। ਇਹਦੇ ਕੰਨ ਪੁੱਟ ਕੇ ਅਤੇ ਕੰਨਾਂ ਤੋਂ ਫੜ ਕੇ ਕਹਿੰਦੇ ਵੀ ਚੱਲ ਤੈਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਬਾਵਾਂ। ਜੋਗੀਆਂ ਦਾ ਗੁਰੂ ਗੋਰਖਨਾਥ ਆਪਦੇ ਗੁਰੂ ਮਛੰਦਰਨਾਥ ਨੂੰ ਕੰਨ ਫੜਾ ਕੇ ਮਹਾਰਾਜ ਦੇ ਕੋਲ ਲਿਆਇਆ। ਕਹਿੰਦਾ ਵੀ ਟੇਕ ਮੱਥਾ, ਨੱਕ ਨਾਲ ਲਕੀਰਾਂ ਕੱਢ, ਮੰਗ ਮਾਫੀ ਮਹਾਰਾਜ ਕੋਲੋਂ, ਅਰ ਸਿਕਸ਼ਾ ਲੈ। ਉਹਦੀਆਂ ਲਕੀਰਾਂ ਕਢਾਈਆਂ, ਮਾਫੀ ਮੰਗਾਈ। ਕਹਿੰਦੇ ਸੱਚੇ ਪਾਤਸ਼ਾਹ ਮਾਫ ਕਰੋ ਜੀ, ਕੋਈ ਉਪਦੇਸ਼ ਬਖਸ਼ੋ। ਤਾਂ ਗੁਰੂ ਸਾਹਿਬ ਨੇ ਰਾਮਕਲੀ ਮਹੱਲਾ ਪਹਿਲਾ, ਰਾਮਕਲੀ ਰਾਗ ਦੇ ਵਿੱਚ ਗੁਰੂ ਮਹਾਰਾਜ ਨੇ ਉਪਦੇਸ਼ ਬਖਸ਼ਿਆ। ਸੁਣ ਮਛੰਦਰਾ ਨਾਨਕ ਬੋਲੇ, ਵਸ ਕਦ ਪੰਜ ਕਰੇ ਨੈ ਡੋਲੇ। ਹੇ ਮਛੰਦਰਨਾਥ ਜੋਗੀ, ਗੁਰੂ ਨਾਨਕ ਸਾਹਿਬ ਬੋਲ ਰਹੇ ਹੈ, ਆਪ ਦੀਆਂ ਇੰਦਰੀਆਂ ਨੂੰ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇਹਨਾਂ ਨੂੰ ਰੋਕ ਕੇ ਰੱਖੇ। ਆਪ ਦੇ ਧਿਆਨ ਨੂੰ ਰੱਬ ਦੇ ਨਾਮ ਦੇ ਵਿੱਚ ਜੋੜੇ। ਇਕੱਲੇ 10ਵੇਂ ਦਵਾਰ ਦੇ ਵਿੱਚ ਪਹੁੰਚਣ ਦੇ ਨਾਲ ਮਨ ਨਿਰਮਲ ਨਹੀਂ ਹੋ ਸਕਦਾ। ਮਨ ਜਿਹੜਾ ਹੈ
ਉਹ ਸਤਸੰਗਤ ਰੂਪ ਨਦੀ ਤੇ ਨਿਸ਼ਚੇ ਰੂਪ ਪਟੜੇ ਤੇ ਗੁਰੂ ਦੇ ਹੱਥ ਮਨ ਰੂਪੀ ਕੱਪੜਾ ਪਕੜਾ ਕੇ ਤੇ ਜਿਹੜਾ ਨਿਸ਼ਕਾਮਤਾ ਦੇ ਨਾਲ ਨਾਮ ਜਪਣਾ, ਇਸ ਪਾਣੀ ਦੇ ਨਾਲ, ਬਾਣੀ ਰੂਪ ਪਾਣੀ ਦੇ ਨਾਲ ਧੋ ਕੇ ਨਾਮ ਦੇ ਸਾਬਣ ਨੂੰ ਲਾ ਕੇ ਪਟਕਾ ਕੇ ਇਹਨੂੰ ਮਾਰ ਕੇ ਜਾਂ ਧੋਤਾ ਜਾਏਗਾ ਤਾਂ ਇਹ ਮਨ ਨਿਰਮਲ ਹੋਏਗਾ। ਅਤੇ ਭਗਤੀ ਦੀ ਤਪ ਦੇ ਸੇਕ ਦੇ ਵਿੱਚ ਸੁਕਾ ਕੇ ਫਿਰ ਇਹ ਸ਼ੁੱਧ ਹੋ ਸਕਦਾ ਹੈ। ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਹੋ ਧੋਏ, ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਪਰਮ ਬ੍ਰਹਮ ਆਵੇ ਮੂੜਾ ਵਾਰੋ ਵਾਰ। ਦਸਵੇਂ ਦੁਆਰ ਵਿੱਚ ਕੋਈ ਮਨ ਨਿਰਮਲ ਨਹੀਂ। ਅਜੇ ਸਾਧਨਾ 'ਚ ਲੱਗਾ ਹੋਇਆ ਪੁਰਸ਼ ਭਟਕਦਾ ਮੁੜ ਕੇ ਆਵਾ ਗਾਉਣ ਦੇ ਵਿੱਚ ਪੈਂਦਾ। ਏਕ ਧਿਆਵੋ ਮੂੜ ਮਨਾ, ਪਾਰ ਉਤਰ ਜਾਹੇ ਇੱਕ ਖਿਣਾ। ਐ ਮੇਰਿਆ ਮੂਰਖ ਮਨਾ, ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਕਿਉਂ ਨਹੀਂ ਧਿਆਉਂਦਾ? ਇਹ ਅਜੀਤ ਕੌਰ, ਜੇ ਦਸਵੇਂ ਦੁਆਰ ਵਿੱਚ ਵੀ ਵਾਹਿਗੁਰੂ ਨੂੰ ਹੀ ਸੁਣਨਾ ਅਤੇ ਧਿਆਉਣਾ, ਅਤੇ ਕਿਉਂ ਨਾ ਸਿੱਧਾ ਹੀ ਜ਼ੁਬਾਨ ਦੇ ਨਾਲ ਬੰਦਾ ਕਰੀ ਜਾਏ। ਜੇ ਮਹਾਰਾਜ ਵੀ ਦਿਖਾ ਦੇ ਤਾਂ ਭਾਵੇਂ ਦਿਖਾਈ ਦੇ। ਅਤੇ ਇਸ ਵਾਸਤੇ ਗੁਰੂ ਦੇ ਸਿੱਖਾਂ ਦੇ ਉੱਪਰ ਸੁਤੇ ਸੇਧੀ ਨਾਮ ਜਪਣ ਨਾਲ ਕਿਰਪਾ ਹੋ ਜਾਂਦੀ। ਇੱਕ ਗੁਰਮੁਖਾਂ ਦੇ ਦਰਸ਼ਨ ਹੋਏ, ਕਹਿੰਦੇ ਮੈਨੂੰ 10 ਸਾਲ ਲੱਗੇ ਨੇ। ਜਿਸ ਤਰ੍ਹਾਂ ਜੋਗੀ ਸਰੀਰ ਨੂੰ ਸਾਫ਼ ਕਰਦੇ ਨੇ, ਕੱਲੀ ਨਾੜੀ ਸਾਫ਼ ਕਰਦੇ ਆ, ਅਤੇ ਰੀੜ੍ਹ ਦੀ ਹੱਡੀ ਦੇ ਦੁਆਲੇ ਜਿਹੜੀ ਭੁਜੰਗਮਾ ਨਾੜੀ ਹੈ, ਪੂਰੇ 10 ਸਾਲਾਂ ਦੇ ਵਿੱਚ ਇਹ ਸਾਫ਼ ਹੋ ਕੇ ਸ਼ੁੱਧ ਹੋਈ। ਅਤੇ ਫਿਰ ਦਸਵੇਂ ਦੁਆਰ ਦੇ ਵਿੱਚ ਕਹਿੰਦੇ 10 ਸਾਲ ਉੱਥੇ ਲੱਗੇ। ਜਿਹੜਾ ਅੰਦਰ ਰਹਿ ਗਿਆ ਸੋ ਜੋਗੀ ਹੈ, ਜਿਹੜਾ ਬਾਹਰ ਨਿਕਲ ਗਿਆ ਸੋ ਸਾਧ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਸਾਧ ਬਣਾਇਆ ਹੈ। ਸਾਧੋ ਮਨ ਕਾ ਮਨ ਤਿਆਗੋ, ਅਤੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਐਨ ਸੁਭਾਗੋ। ਸੋ ਸਰੀਰ ਦੇ ਵਿੱਚ ਨਹੀਂ ਰਹਿਣਾ, ਸਰੀਰ ਤੋਂ ਬਾਹਰ ਅਲੱਗ ਹੋ ਕੇ ਪ੍ਰਭੂ ਦੇ ਵਿੱਚ ਆਪਦੇ ਚਿੱਤ ਦੀ ਬਿਰਤੀ ਨੂੰ ਜੋੜਨਾ ਹੈ। ਤੋ ਇੰਝ ਇਹ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚੈ। ਸੰਗਤ ਦੇ ਵਿੱਚ ਹੀ ਜਿਹੜੀ ਕੁੰਡਲਨੀ ਭੁਜੰਗਮਾ ਨਾੜੀ ਹੈ ਇਹ ਸ਼ੁੱਧ ਹੁੰਦੀ ਹੈ। ਜੇ ਮਹਾਰਾਜ ਕਿਰਪਾ ਕਰੇ ਤਾਂ ਆਪ ਹੀ ਸਫ਼ਰ ਤੈਅ ਕਰਾਉਂਦਾ ਹੈ। ਬਾਂਹ ਤੋਂ ਫੜ ਕੇ ਵਾਹਿਗੁਰੂ ਕਰਦਿਆਂ ਆਪ ਮਹਾਰਾਜ ਸੋ ਜਿੱਥੇ ਪਹੁੰਚਾਉਣਾ, ਜਿੱਥੇ ਉਹਦੀ ਖੁਸ਼ੀ ਹੋਵੇ ਉਸ ਅਵਸਥਾ ਵਿੱਚ ਪਹੁੰਚਾ ਦਿੰਦਾ ਹੈ। ਇਸ ਲਈ ਕਿਸੇ ਟੁੱਟੇ ਫੁੱਟੇ ਸਾਧ ਦੇ ਮਗਰ ਲਾ ਕੇ ਗੁਰਦੁਆਰਾ ਨਹੀਂ ਛੱਡਣਾ ਚਾਹੀਦਾ। ਮਹਾਰਾਜ ਦਾ ਅੰਮ੍ਰਿਤ ਛਕੋ ਅਤੇ ਨਿਤਨੇਮ ਕਿਸੇ ਵੀ ਕੀਮਤ 'ਤੇ ਨਾ ਤਿਆਗੋ, ਕਿਉਂਕਿ ਬਾਣੀ ਦੇ ਪ੍ਰਤਾਪ ਨਹੀਂ ਅਸੀਂ ਜੋ ਵੀ ਕੁਛ ਬਣੇ ਆ ਗੁਰਬਾਣੀ ਕਰਕੇ ਬਣੇ ਹਾਂ। ਅਤੇ ਮੈਨੂੰ ਤਾਂ ਕੋਈ ਭਾਵੇਂ ਚੰਡੀਗੜ੍ਹ ਭਾਵੇਂ ਕਿੱਥੇ ਮਰਜ਼ੀ ਕੋਈ ਆ ਕੇ ਵੀ ਰੌਲ ਲਾਉਣ ਜਾਣਾ, ਅਤੇ ਉਸੇ ਵਕਤ ਹੀ ਇਹ ਨਹੀਂ ਵੇਖੀਦਾ ਵੀ ਦਿਨ ਹੈ ਜਾਂ ਰਾਤ ਹੈ, ਵੀ ਜਾਂ ਟਾਈਮ ਕਿੰਨਾ ਲੱਗੂਗਾ ਜਾਂ ਖਰਚਾ ਆਉਣ ਜਾਣ ਦਾ ਕਿਵੇਂ। ਪੁੱਜ ਕੇ ਜਾਈਦਾ ਵੀ ਕਿਤੇ ਟਾਈਮ ਮਿਲਿਆ ਕੀ ਤਾਂ ਮਹਾਰਾਜ ਨੇ ਆਵਾਜ਼ ਮਾਰੀ ਹੋਵੇ। ਅਤੇ ਇਸ ਵਾਸਤੇ ਜਿਹੜੀ ਗੁਰਬਾਣੀ ਹੈ ਇਹਨੇ ਹੀ ਸਾਨੂੰ ਵੱਡਿਆਂ ਕੀਤਾ। ਜੋ ਵੀ ਤਰੱਕੀ ਇਹਨੇ ਬਖਸ਼ਿਸ਼ ਕੀਤੀ ਹੈ, ਜੇ ਬੰਦਾ ਕਹੇ ਵੀ ਬਾਣੀ ਭੁੱਲ ਗਿਆ, ਇਹਨੂੰ ਭੁਲਾ ਕੇ ਅਤੇ ਆਪਾਂ ਜੋਗੀ ਬਣ ਜਾਈਏ, ਇਸ ਤਰ੍ਹਾਂ ਗੱਲ ਨਹੀਂ ਬਣਦੀ। ਗੁਰਬਾਣੀ ਦੀ ਬਖਸ਼ਿਸ਼ ਦੇ ਨਾਲ ਹੀ ਸਾਰੀ ਕਿਰਪਾ ਹੋਣੀ ਹੈ। ਇਸ ਲਈ ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਬੇਨਤੀ ਮੈਂ ਤਾਂ ਕਰ ਰਿਹਾ, ਤੁਸੀਂ ਰਾਧਾ ਸਵਾਮੀ ਜਾਓਗੇ ਪੜ੍ਹਨਗੇ ਬਾਣੀਓ ਹੀ, ਤੁਹਾਡੇ ਮਨ 'ਚ ਭੁਲੇਖਾ ਹੋਊਗਾ ਵੀ ਬਾਬਾ ਜੀ ਤਾਂ ਕੋਈ ਗਲਤ ਗੱਲ ਕਰ ਹੀ ਨਹੀਂ ਰਹੇ, ਉਹ ਤਾਂ ਸਾਖੀ ਸੁਣਾ ਰਹੇ ਨੇ, ਬਾਣੀ ਦੀ ਪੋਥੀ ਤੋਂ ਕਥਾ ਕਰ ਰਹੇ ਨੇ, ਪਰ ਤੁਹਾਨੂੰ ਕਦੀ ਨਹੀਂ ਕਹਿਣਗੇ ਵੀ ਜਪਜੀ ਸਾਹਿਬ ਪੜ੍ਹੋ। ਮੈਨੂੰ ਆ ਕੇ ਫੜ ਲਿਓ ਜੇ ਕੋਈ ਕਹੇ ਇਸ ਤਰ੍ਹਾਂ, ਉਹਨਾਂ ਦੀ ਜ਼ਬਾਨ ਸੜ ਜਾਏ। ਕਦੀ ਕੋਈ ਨਹੀਂ ਜੇ ਕਹਿੰਦਾ ਵੀ ਜਪਜੀ ਸਾਹਿਬ ਪੜ੍ਹੋ। ਆਖੂਗਾ ਲਿਆਓ ਪਾਣੀ, ਮੈਂ ਉਂਗਲ ਘੁਮਾਉਣਾ, ਤੁਹਾਨੂੰ ਜਲ ਕਰਕੇ ਦਿੰਦਾ, ਲਿਆਓ ਸਿਰ, ਮੈਂ ਤੁਹਾਡੇ ਸਿਰ 'ਤੇ ਹੱਥ ਰੱਖਦਾ, ਉਹਦੇ ਹੱਥ ਟੁੱਟ ਜਾਣ। ਉਹ ਨਿਕੰਮਿਆ, ਤੂੰ ਕਹਿ ਵੀ ਸੇਵਾ ਕਰੋ, ਮਹਾਰਾਜ ਨੂੰ ਮੱਥਾ ਟੇਕੋ, ਜਪਜੀ ਸਾਹਿਬ ਦਾ ਖੁਦ ਆਪ ਪਾਠ ਕਰੋ। ਬਾਬਿਆਂ ਦੀ ਪੂਜਾ ਕੌਣ ਕਰੂਗਾ? ਹੁਣ ਜੇ ਮੈਂ ਤੁਹਾਨੂੰ ਦੱਸਤਾ ਵੀ ਤੁਸੀਂ ਨਿਤਨੇਮ ਕਰੋ, ਤੁਸੀਂ ਤਾਂ ਆਪ ਬਾਬੇ ਬਣ ਜਾਓਗੇ, ਮੈਨੂੰ ਕੌਣ ਮੰਨੂਗਾ? ਮੈਨੂੰ ਤਾਂ ਹੀ ਮੰਨੋਗੇ ਵੀ ਜੇ ਤੁਹਾਨੂੰ ਨਹੀਂ ਕੁਛ ਆਉਂਦਾ ਹੋਊਗਾ। ਅਤੇ ਇਸ ਵਾਸਤੇ ਆਖੇ ਜੀ ਨਾਮ ਜਪੋ। ਇਹ ਲੋਕਾਂ ਨੇ ਆਪ ਦਾ ਸਟੰਟ ਬਣਾਇਆ ਹੋਇਆ, ਨਾਮ ਦੇ
ਨਾਮ ਨੂੰ ਲੈ ਕੇ ਤੇ ਮਹਾਰਾਜ ਦੇ ਨਾਮ 'ਤੇ ਠੱਗੀ ਮਾਰਦੇ ਨੇ। ਨਾਮ ਸੋਹਣਾ ਹੈ, ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਇਸ ਲਈ ਸੁਣਾਉਂਦੇ ਨਾਮ ਨੇ, ਪੂਜਾ ਆਪਦੇ ਗੋਡਿਆਂ ਦੀ ਕਰਾਉਂਦੇ। ਹਾਂਜੀ ਬਾਬਾ ਜੀ ਨਾਮ ਕਿਹੜਾ ਜਪੀਏ ਜੀ, ਇੱਧਰ ਨੂੰ ਆਓ, ਲਾਗੇ ਕਰਕੇ ਤੇ ਕੰਨ 'ਚ ਫੂਕ ਮਾਰਦੇ ਵੀ ਗਾਂ ਨਹੀਂ ਦੱਸਣਾ। ਕਿਤੇ ਵੀ ਗੁਰਬਾਣੀ ਦਾ ਪ੍ਰਚਾਰ, ਸਾਡੇ ਖੁਦ ਆਪ ਦੇ ਪ੍ਰਚਾਰਕ ਕਹੇ ਜੀ ਅਖੰਡ ਪਾਠ ਦਾ ਕੋਈ ਫਾਇਦਾ ਨਹੀਂ ਜੀ, ਸਹਿਜ ਪਾਠ ਦਾ ਕੋਈ ਫਾਇਦਾ ਨਹੀਂ ਜੀ, ਬਾਣੀ ਪੜ੍ਹੀ ਜਾਓ ਇਹਦਾ ਕੀ ਫਾਇਦਾ ਜੀ, ਤੋਤੇ ਵਰਗੀ ਰੱਟ। ਬੰਦਾ ਪੁੱਛੇ ਵੀ ਤੇਰੇ ਜੰਮਣ ਦਾ ਕੋਈ ਫਾਇਦਾ ਹੋਇਆ ਦੁਨੀਆ ਨੂੰ, ਤੂੰ ਦੱਸ ਆਪਦੇ ਬਾਰੇ। ਮਹਾਰਾਜ ਦਾ ਤਾਂ ਫਾਇਦਾ ਹੀ ਫਾਇਦਾ, ਤੁਸੀਂ ਦੱਸੋ ਨੁਕਸਾਨ ਕਿਹਨੂੰ ਹੋਇਆ? ਮੈਂ ਤਾਂ ਅੱਜ ਤੱਕ ਜਿਨ੍ਹਾਂ ਨੂੰ ਮਿਲਿਆ ਬਾਣੀ ਪੜ੍ਹਨ ਵਾਲਿਆਂ ਨੂੰ ਕੋਈ ਨੁਕਸਾਨ ਤਾਂ ਹੋਇਆ ਨਹੀਂ, ਲਾਭ ਹੀ ਲਾਭ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਸ ਲਈ ਕਿਸੇ ਦੇ ਮਗਰ ਲਾ ਕੇ ਆਪਦਾ ਗਾਤਰਾ ਨਾ ਲਾਇਓ, ਗੁਰਦੁਆਰਾ ਨਾ ਛੱਡਿਓ। 10ਵੇਂ ਦੁਆਰ ਦਾ ਨਾਮ ਲੈ ਕੇ ਆਖੇ ਜੀ ਤੁਹਾਨੂੰ ਪ੍ਰਕਾਸ਼ ਦਿਖਾਵਾਂਗੇ ਜੀ, ਤੁਹਾਨੂੰ ਰੌਸ਼ਨੀਆਂ ਦਿਖਾਵਾਂਗੇ ਜੀ। ਅਗਲੇ ਨੂੰ ਆਖੇ ਵੀ ਸਾਨੂੰ ਮਹਾਰਾਜ ਹੀ ਚੰਗਾ, ਜੇ ਦਿਖਾਉਣਾ ਹੋਇਆ ਤਾਂ ਆਪੇ ਗੁਰੂ ਦਿਖਾ ਦਿਓ। ਤੂੰ ਕੌਣ ਹੈ ਭਾਈ ਦਿਖਾਉਣ ਵਾਲਾ? ਆਪਾਂ ਤਾਂ ਨਹੀਂ ਤੇਰੇ ਆਖੇ ਲੱਗਦੇ। ਤੋ ਇਸ ਵਾਸਤੇ ਅਸੀਂ ਤਾਂ ਮਹਾਰਾਜ ਦਾ ਨਾਮ ਜਪਾਂਗੇ। ਨਾਮ ਜਪਣਾ ਚਾਹੀਦਾ ਹੈ, ਮੈਂ ਨਹੀਂ ਕਹਿੰਦਾ ਵੀ ਵਾਹਿਗੁਰੂ ਨਾ ਆਖੋ, ਪਰ ਨਿਤਨੇਮ ਵੀ ਜ਼ਰੂਰੀ ਹੈ ਨਾ ਭਾਈ। ਜੇ ਇਕੱਲਾ ਵਾਹਿਗੁਰੂ ਵਾਹਿਗੁਰੂ ਦੇ ਨਾਲ ਹੀ 10ਵਾਂ ਦੁਆਰ ਮਿਲਦਾ ਹੁੰਦਾ, ਮੈਂ ਤਾਂ ਇਹੀ ਹਮੇਸ਼ਾ ਸੋਚਦਾ ਰਹਿੰਦਾ ਵੀ ਇਕੱਲੀ ਮਾਲਾ ਦੇ ਨਾਲ ਹੀ ਬਾਬੇ ਕੋਲ ਮਾਲਾ ਲੈ ਲਈ ਬਸ, ਜਾਂ ਕੰਨ 'ਚ ਨਾਮ ਲੈ ਲਿਆ, ਇਹਦੇ ਨਾਲ ਸਰਦਾ ਹੁੰਦਾ। ਤੇ ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਦੱਸੋ 1430 ਅੰਗ ਮਹਾਰਾਜ ਨੇ ਕਿਉਂ ਲਿਖੇ? ਫਿਰ ਇੱਕ ਵਾਰ ਨਹੀਂ, ਫਿਰ ਦੂਜੀ ਵਾਰ ਲਿਖੇ। ਗੁਰਤਾ ਗੱਦੀ ਐਡਾ ਵੱਡਾ ਗੁਰਦੁਆਰਾ ਵੇਖੋ ਕਿੰਨਾ ਵੱਡਾ ਜਗਾੜ ਬਣਾਇਆ ਹੋਇਆ, ਲੱਖਾਂ ਅਰਬਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਛੱਤ ਪਾਈ ਹੋਈ ਹੈ। ਇੰਨਾ ਕੁਛ ਕਰਨ ਦੀ ਕੀ ਲੋੜ ਪੈ ਗਈ ਦੱਸੋ? ਕਿੰਨੇ ਕਿੰਨੇ ਸਰੋਵਰ, ਕਿੰਨੀਆਂ ਕਿੰਨੀਆਂ ਬਿਲਡਿੰਗਾਂ, ਕਾਹਦੇ ਵਾਸਤੇ? ਸਾਡੇ ਬੱਚੇ ਗੁਰਦੁਆਰੇ ਆਉਣ, ਔਰ ਬਾਣੀ ਦੇ ਅੱਖਰਾਂ ਨੂੰ ਸਿੱਖਣ, ਇਹਨਾਂ ਤੋਂ ਉਪਦੇਸ਼ ਲੈਣ, ਅਤੇ ਸੇਵਾ ਸਿਮਰਨ ਕਰਕੇ ਇੱਕ ਦੂਜੇ ਦੀ ਸੰਗਤ ਕਰਕੇ ਆਪਦੇ ਜੀਵਨ ਨੂੰ ਉੱਚਾ ਚੁੱਕਣ। ਮਹਾਰਾਜ ਦੀ ਬਾਣੀ ਦਾ ਨਾਮ ਹੀ ਕਹਿੰਦੀ ਹੈ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪਰ ਬਾਣੀ ਵੀ ਨਾਮ ਹੈ। ਜੇ ਕੋਈ ਬਾਣੀ ਨੂੰ ਛੱਡ ਕੇ ਇਕੱਲਾ ਜੋਗੀ ਕਹੇ ਵੀ ਮੈਂ 10ਵੇਂ ਦੁਆਰ 'ਚ ਪਹੁੰਚ ਗਿਆ। ਰਹਿ ਰਾਸ ਦੇ ਮਹਾਤਮ ਦੇ ਵਿੱਚ ਗੁਰੂ ਸਾਹਿਬ ਨੇ ਭਾਮਣ ਸ੍ਰੀ ਲਹਿਣਾ ਜੀ ਨੇ ਦਿਖਾਇਆ ਸੀ ਕਿ ਜਿਹੜੇ ਰਹਿ ਰਸ ਦਾ ਪਾਠ ਨਹੀਂ ਕਰਦੇ, ਰਹਿ ਰਸ ਦੇ ਸਮੇਂ ਸੱਚਖੰਡ ਦੇ ਵਿੱਚੋਂ ਕੱਢੇ ਜਾਂਦੇ ਹਨ। ਜਿਹੜਾ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਨਹੀਂ ਕਰਦਾ, ਉਹਨੂੰ ਸੱਚਖੰਡ ਦੇ ਅੰਦਰ ਭਾਈ ਮੰਝ ਲੰਘਣ ਨਹੀਂ ਦਿੰਦਾ, ਪਹਿਰੇਦਾਰ ਹੈ। ਇਹ ਆਇਡੈਂਟੀਫਿਕੇਸ਼ਨ ਪ੍ਰੂਫ ਹੈ ਵੀ ਤੁਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ। ਸਿੱਖ ਦੀ ਇਹੀ ਨਿਸ਼ਾਨੀ ਆ ਵੀ ਉਹ ਜਪਜੀ ਸਾਹਿਬ ਦਾ ਪਾਠ ਕਰੇ, ਰਹਿ ਰਾਸ ਉਦਰ ਦਾ ਪਾਠ ਪੜ੍ਹੇ ਜਾਂ ਸੁਣੇ। ਕਈ ਕਹਿੰਦੇ ਸਾਨੂੰ ਆਉਂਦਾ ਨਹੀਂ ਜੀ। ਆਹ ਗ੍ਰੰਥੀ ਕਾਹਦੇ ਵਾਸਤੇ ਰੱਖੇ ਨੇ? ਗ੍ਰੰਥੀਆਂ ਨੂੰ ਇਸੇ ਵਾਸਤੇ ਤਾਂ ਤੁਸੀਂ ਰੱਖਿਆ ਹੋਇਆ। ਸਾਨੂੰ ਪੈਸੇ ਕਾਹਦੇ ਦਿੰਦੇ ਹੋ? ਇਸੇ ਵਾਸਤੇ ਦਿੰਦੇ ਹੋ ਵੀ ਸਾਨੂੰ ਕੋਈ ਬਾਣੀ ਸੁਣਾਓ ਭਾਈ। ਇਉਂ ਸੁਣਾਉਣ ਵਾਲਾ ਭਗਵਾਨ ਜਾਂ ਗੁਰੂ ਨਹੀਂ ਹੈ, ਉਹ ਇੱਕ ਸੇਵਾਦਾਰ ਹੈ, ਉਹ ਸਾਡਾ ਨੌਕਰ ਹੈ। ਅਸੀਂ ਉਹਨੂੰ ਭੇਟਾ ਦਿੰਦੇ ਹਾਂ, ਪੈਸੇ ਦਿੰਦੇ ਹਾਂ ਵੀ ਸਾਨੂੰ ਬਾਣੀ ਦਾ ਪਾਠ ਸੁਣਾਓ। ਅਤੇ ਤੁਹਾਡਾ ਫਰਜ਼ ਬਣਦਾ ਵੀ ਗੁਰਦੁਆਰੇ ਕਬੂਤਰ ਹੀ ਨਾ ਬੋਲਣ, ਤੁਹਾਡੇ ਬੱਚੇ ਵੀ ਆਉਣ। ਇੰਗਲੈਂਡ ਦੇ ਵਿੱਚ ਸਾਰੇ ਚਰਚ ਵਿਕ ਗਏ। ਬਰਮਿੰਘਮ ਗੁਰਦੁਆਰਾ ਸਾਹਿਬ ਚਰਚ ਦੇ ਵਿੱਚ ਹੈ। ਸਾਡੇ ਬਾਬੇ ਧੁੰਮੇ ਨੇ ਵੀ ਸਰੀ ਦੇ ਵਿੱਚ ਚਰਚ ਖਰੀਦ ਕੇ ਗੁਰਦੁਆਰਾ ਬਣਾਇਆ। ਕਾਹਤੋਂ? ਵੀ ਗੋਰਿਆਂ ਦੇ ਬੱਚੇ ਚਰਚਾਂ 'ਚ ਜਾਣੋਂ ਹਟ ਗਏ। ਜੇ ਸਾਡੇ ਬੱਚੇ ਵੀ ਇਸ ਤਰ੍ਹਾਂ ਰਹੇ, ਗੁਰਦੁਆਰੇ ਆਉਣਾ ਬੰਦ ਕਰਤਾ, ਤਾਂ ਫਿਰ ਦੱਸੋ ਕਿੱਥੇ ਭਲਾ ਹੋਊਗਾ? ਮਹਾਰਾਜ ਕਹਿੰਦੇ ਗੁਰਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਣੀਏ। ਪੁੰਨਿਆ ਮਸਿਆ ਡੇਰਿਆਂ 'ਤੇ ਜਾ ਕੇ ਨਹੀਂ ਗੱਲ ਬਣਨੀ, ਸਾਧੂ ਸੰਤਾਂ ਦੇ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ, ਨਾਉ ਪੂਜੀਏ ਨਾਉ ਮੰਨੀਏ, ਅਖੰਡ ਸਦਾ ਸੱਚ ਸੋਏ, ਤਾਂ ਸਾਡਾ ਭਲਾ ਹੋਊਗਾ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਵੇ। ਅੱਜ ਕੱਲ੍ਹ ਸਰੋਵਰਾਂ ਦੀ ਨਿੰਦਿਆ ਹੋ ਰਹੀ ਹੈ, ਸੋ ਦਰਬਾਰ ਸਾਹਿਬ ਬਾਬਤ ਨਿੰਦਿਆ ਹੋ ਰਹੀ, ਸਿੰਘ ਸਾਹਿਬਾਂ ਬਾਰੇ ਨਿੰਦਿਆ ਹੋ ਰਹੀ ਹੈ। ਅਤੇ ਆਪਦੇ ਆਪ ਨੂੰ ਅਸੀਂ ਚੰਗਾ ਗਿਣ ਰਹੇ ਹਾਂ ਵੀ ਅਸੀਂ ਤਾਂ ਭਗਵਾਨ ਹੀ ਹਾਂ ਜੀ, ਅਸੀਂ ਤਾਂ ਰੱਬ ਬਣ ਗਏ, ਚੋਲਾ ਪਾ ਲਿਆ, ਸਾਡਾ ਡੇਰਾ ਕੀ ਬਣ ਗਿਆ, ਅਸੀਂ ਤਾਂ ਬਹੁਤ ਉੱਚੇ ਹੋ ਗਏ। ਸਰੋਵਰ ਤਾਂ ਮਹਾਰਾਜ ਨੇ ਐਵੇਂ ਹੀ ਬਣਾਏ ਨੇ। ਦੱਸੋ ਗੁਰੂ ਸਾਹਿਬ ਨੇ ਸ਼ਬਦ ਲਿਖੇ ਨੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨਾ। ਸਰੋਵਰ ਬਣੇ ਕਾਹਤੋਂ ਜੇ ਨਹਾਉਣਾ ਨਹੀਂ, ਵਿੱਚ ਇਸ਼ਨਾਨ ਨਹੀਂ ਕਰਨਾ? ਗੁਰੂ ਅਮਰਦਾਸ ਨੇ ਬੌਲੀ ਸਾਹਿਬ ਕਾਹਤੋਂ ਬਣਾਈ? 84 ਪੌੜੀਆਂ ਨਾਲ 84 ਜਪਜੀ ਸਾਹਿਬ ਦੇ ਪਾਠ ਕਰੋ, ਫਿਰ ਬੌਲੀ 'ਚ ਇਸ਼ਨਾਨ ਕਰੋ।
ਤੋ ਗੁਰਦੁਆਰੇ ਮੱਸਿਆ ਪੁੰਨਿਆ ਮਹਾਰਾਜ ਦੇ ਸਰੋਵਰ 'ਚ ਇਸ਼ਨਾਨ ਕਰਕੇ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਕੀਰਤਨ ਸਰਵਣ ਕਰੋ, ਗੁਰੂ ਕੇ ਲੰਗਰ ਦੀ ਸੇਵਾ ਕਰੋ ਅਤੇ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦ ਛਕੋ। ਮਨ ਬੁੱਧੀ ਸਾਡੀ ਉਜਲ ਹੋਵੇ, ਗੁਰੂ ਸਾਹਿਬ ਦੀ ਕਿਰਪਾ ਹੋਵੇ। ਕੱਲਾ 10ਵਾਂ ਦੁਆਰੀ ਸਿਰ 'ਤੇ ਚੁੱਕੀ ਫਿਰੋ, ਮੇਰੇ ਖਿਆਲ ਮੁਤਾਬਕ ਇਹ ਗੱਲ ਬਣਦੀ ਨਹੀਂ ਹੈ। ਮੇਰੇ ਕੋਲ ਤਾਂ ਜਿਹੜਾ ਕੋਈ 10ਵੇਂ ਦੁਆਰ ਦਾ ਨਾਂ ਲਏ ਮੈਨੂੰ ਤਾਂ ਹੀ ਗੁੱਸਾ ਚੜ੍ਹ ਜਾਂਦਾ, ਆਖੀ ਤਾਂ ਬਾਬਾ ਤੂੰ ਆਪਦੇ ਘਰ ਰਹੋ। ਸਾਨੂੰ ਤਾਂ ਪਾਠ ਹੀ ਸਹੀ ਹੈ, ਕਥਾ ਕੀਰਤਨ ਹੀ। ਮਹਾਂਪੁਰਖਾਂ ਨੇ ਇਹੀ ਸਾਨੂੰ ਸਿਖਾਇਆ ਹੈ ਵੀ ਸੰਗਤ ਦੇ ਵਿੱਚ ਕਥਾ ਕੀਰਤਨ ਦੇ ਵਿੱਚ ਜੋ ਕੁਛ ਹੁੰਦਾ ਕਰੀ ਜਾਓ, ਗੁਰਦੁਆਰਾ ਨਹੀਂ ਛੱਡਣਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਹਰ ਪਿਆਰਾ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਪਿਆਰੇ ਪਰਮੇਸ਼ਰ ਨੇ ਜੀਵ ਨੂੰ ਮਾਤਾ ਦੀ ਗਰਭ ਰੂਪ ਗੁਫਾ ਦੇ ਵਿੱਚ ਰੱਖ ਕੇ ਪ੍ਰਸੋਦ ਪੂਣ ਰੂਪੀ ਵਾਜਾ ਵਜਾਉਣਾ ਕੀਤਾ, ਹਵਾ ਦਾ ਸਵਾਸਾਂ ਰੂਪੀ ਵਾਜਾ ਵਜਾਇਆ ਹੈ। ਇਸੇ ਪੌੜੀ ਦੇ ਹੁਣ ਦੂਸਰੇ ਅਰਥ ਸਰਵਣ ਕਰੋ। ਸਾਧ ਜੀਓ ਗੁਫਾ ਅੰਦਰ ਰੱਖ ਕੇ। ਸਾਧ ਸੰਗਤ ਜੀਓ, ਇਹ ਅਰਥ ਕੱਲ੍ਹ ਨੂੰ ਸਰਵਣ ਕਰਵਾਵਾਂਗੇ। ਅੰਤਰੀਵ ਅਰਥ ਜੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਂਪੁਰਖ ਕਲਗੀਧਰ ਜੀ ਦੀ ਬਖਸ਼ਿਸ਼ ਦੇ ਪਾਤਰ ਬਾਬਾ ਗੁਰਬਚਨ ਸਿੰਘ ਜੀ ਹਰੇਕ ਸ਼ਬਦ ਦੀ ਦੋ ਅਰਥ ਜ਼ਰੂਰ ਕਰਿਆ ਕਰਦੇ। ਅੰਤਰੀਵ ਅਰਥ ਕੱਲ੍ਹ ਨੂੰ ਸੁਣਾਵਾਂਗੇ। ਇਹਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀ, ਅੱਗੇ ਦੋ ਸਮਤ ਬਖਸ਼ਨੇ। ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨ ਜਾਈ ਪਾਇਆ। ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।